ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। MPR 24 ਪੰਜਾਬੀ ਟੀਵੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਹਾਰਦਿਕ ਸਵਾਗਤ। ਤੇ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਅਲੱਗ-ਅਲੱਗ ਅਪਡੇਟ ਲੈ ਕੇ ਅਸੀਂ ਆਉਂਦੇ ਰਹਿੰਦੇ ਹਾਂ, ਜਿਸ ਤਰ੍ਹਾਂ ਕਿਸਾਨੀ ਮੋਰਚੇ ਨਾਲ ਸੰਬੰਧਿਤ ਹੋ ਗਿਆ ਜਾਂ ਹੋਰ ਕੋਈ ਵੀ ਚੀਜ਼ ਕੋਸ਼ਿਸ਼ ਕਰਦੇ ਹਾਂ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗੇ ਤੁਹਾਡੇ ਸਾਹਮਣੇ ਲੈ ਕੇ ਆਈਏ। ਤੇ ਅੱਜ ਅਸੀਂ ਗੱਲ ਕਰਨੀ ਹੈ ਇੱਕ ਗੁਰਬਾਣੀ ਦਾ ਵਿਸ਼ਾ ਜਿਹੜਾ ਸਾਡਾ ਮਨ ਆ, ਜਾਂ ਗੁਰਬਾਣੀ ਜਿਹੜੀ ਦੁਨੀਆ ਦੇ ਉੱਤੇ ਦੌੜਾਂ ਲੱਗੀਆਂ ਹੋਈਆਂ ਸਾਡੀਆਂ, ਉਹ ਕਿਸ ਤਰੀਕੇ ਨਾਲ ਸਾਡੀਆਂ ਦੌੜਾਂ ਲੱਗੀਆਂ ਵਾ ਜਾਂ ਦੌੜਾਂ ਕਿਸ ਤਰ੍ਹਾਂ ਖਤਮ ਹੋਣਗੀਆਂ, ਉਹ ਸਾਰੀ ਚੀਜ਼ ਨੂੰ ਮੁੱਖ ਰੱਖਦੇ ਹੋਏ ਅੱਜ ਤੁਹਾਡੇ ਸਾਹਮਣੇ ਇੱਕ ਅਸੀਂ ਅਲੱਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅਤੇ ਇਸੇ ਵਿਸ਼ੇ ਦੇ ਨਾਲ ਗੱਲ ਕਰਨ ਵਾਸਤੇ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਜੀਵਨ ਸਿੰਘ ਜੀ ਸਟੂਡੀਓ ਦੇ ਵਿੱਚ ਪਹੁੰਚੇ ਹਾਂ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਆਪ ਦਾ ਬਹੁਤ ਬਹੁਤ ਧੰਨਵਾਦ ਹੈ। ਆਪ ਨੇ MPR 24 ਟੀਵੀ ਚੈਨਲ ਪੰਜਾਬੀ ਚੈਨਲ 'ਤੇ ਆਪ ਨੇ ਬੁਲਾ ਕੇ ਵਿਚਾਰ ਪੇਸ਼ ਕਰਨ ਦਾ ਸਮਾਂ ਦਿੱਤਾ ਹੈ। ਆਪ ਦਾ ਬਹੁਤ ਬਹੁਤ ਧੰਨਵਾਦ, ਅਤੇ ਸਮੂਹ ਦਰਸ਼ਕਾਂ ਦਾ ਜੋ ਇਸ ਚੈਨਲ ਨੂੰ ਦੇਖ ਰਹੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਵੇਖੋ, ਅੱਜ ਮੈਂ ਇੱਕ ਅਲੱਗ ਗੱਲ ਕਰਨਾ ਚਾਹੁੰਦਾ। ਜਿੱਦਾਂ ਸਾਡੇ ਸਟੂਡੀਓ 'ਚੋਂ ਪਹਿਲਾਂ ਵੀ ਬਹੁਤ ਸਤਿਕਾਰਯੋਗ ਹਸਤੀਆਂ ਹੁੰਦੀਆਂ, ਤਾਂ ਅਸੀਂ ਗੱਲਬਾਤ ਅਲੱਗ-ਅਲੱਗ ਵਿਸ਼ਿਆਂ 'ਤੇ ਕਰਦੇ ਰਹੇ ਨੇ, ਜਿੱਦਾਂ ਕਿਸਾਨੀ ਮੋਰਚਾ ਹੋ ਗਿਆ ਅਤੇ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਅਪਡੇਟ ਲੈ ਕੇ ਦਰਸ਼ਕਾਂ ਸਾਹਮਣੇ ਆਉਂਦੇ ਆ। ਅਤੇ ਅੱਜ ਮੈਂ ਗੱਲ ਕਰਨੀ ਇਹ ਚਾਹਾਂਗਾ ਕਿ ਦੁਨੀਆ ਦੀ ਜਿਹੜੀ ਇੱਕ ਅਲੱਗ ਜਿਹੀ ਦੌੜ ਲੱਗੀ ਹੋਈ ਆ ਹਰ ਇੱਕ ਦੀ, ਕਿਸੇ ਨੇ ਕਿਸੇ ਤਰ੍ਹਾਂ ਆਪਣੀ ਦੌੜ ਲਾਈ ਹੋਈ, ਕਿਸੇ ਨੇ ਕਿਸੇ ਤਰ੍ਹਾਂ ਦੌੜ ਲਾਈ ਹੈ। ਕਿ ਸਰੀਰ ਦੇ ਵਿੱਚ ਕੋਈ ਸਿਸਟਮ ਇਹੋ ਜਿਹਾ, ਕਿਹੜਾ ਪੁਰਜਾ ਤੁਸੀਂ ਮੰਨਦੇ ਹੋ ਜਿਹੜਾ ਬੰਦੇ ਨੂੰ ਭਜਾ ਰਿਹਾ ਹੈ, ਅਤੇ ਇੱਦਾਂ ਕਹਿ ਸਕਦੇ ਕਿ ਜਿਹੜਾ ਆਪਣਾ ਅਸਲੀ ਮਾਰਗ ਹੈ ਜਾਂ ਬਾਣੀ ਹੈ ਉਹ ਤੋਂ ਸਾਨੂੰ ਦੂਰ ਲਿਜਾ ਰਿਹਾ, ਅਤੇ ਜਿਹੜਾ ਸਾਡੀ ਦੌੜ ਇੱਕ ਅਲੱਗ ਪਾਸੇ ਨੂੰ ਜਿਹੜੀ ਚੱਲ ਰਹੀ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਇਸ ਵਿਸ਼ੇ 'ਤੇ ਬੇਨਤੀ ਹੈ ਖਾਲਸਾ ਜੀ, ਜੋ ਬਾਹਰੀ ਰੂਪ ਵਿੱਚ ਸਾਨੂੰ ਨਜ਼ਰ ਆਉਂਦਾ ਨਾ, ਉਸ ਤੋਂ ਇਨਸਾਨ ਪ੍ਰਭਾਵਿਤ ਛੇਤੀ ਹੋ ਜਾਂਦਾ, ਪਰੰਤੂ ਜੋ ਮਨ ਦੀ ਅਵਸਥਾ ਹੈ, ਮਨ ਦੀ ਦਿਸ਼ਾ ਹੈ, ਇਹ ਇੱਕ ਔਰਗਨ ਨਹੀਂ ਹੈ ਜੋ ਸਾਨੂੰ ਨਜ਼ਰ ਨਹੀਂ ਆਉਂਦਾ। ਜੇ ਸਾਇੰਸ ਦੇ ਹਿਸਾਬ ਨਾਲ ਦੇਖੀਏ, ਡਾਕਟਰੀ ਹਿਸਾਬ ਨਾਲ ਦੇਖੀਏ, ਤਾਂ ਇਹ ਕੋਈ ਪੁਰਜਾ ਨਜ਼ਰ ਨਹੀਂ ਆਏਗਾ। ਇੱਕ ਵਿਚਾਰਾਂ ਦਾ ਸੰਗ੍ਰਹਿ ਹੈ ਜਿਹਦੇ ਵਿੱਚ ਵਿਚਾਰ ਉਤਪੰਨ ਹੁੰਦੇ ਨੇ, ਅਤੇ ਦਿਮਾਗ ਹੈ ਜੋ ਥਿੰਕਿੰਗ ਸੋਚ ਪੈਦਾ ਕਰਦਾ ਹੈ। ਵਿਚਾਰ ਅਤੇ ਸੋਚ ਦੋਨੋਂ ਅਲੱਗ-ਅਲੱਗ ਵਿਸ਼ਾ ਹਨ। ਕੀ ਲੱਗਦਾ ਕੀ ਹੈ ਤੁਹਾਨੂੰ ਵੀ ਆਪਣਾ, ਜਿੱਦਾਂ ਤੁਸੀਂ ਵਿਚਾਰਾਂ ਦੀ ਗੱਲ ਕੀਤੀ ਹੈ, ਅਤੇ ਵਿਚਾਰ ਬੰਦੇ ਦੇ ਅੰਦਰ ਕਿੱਥੋਂ ਪੈਦਾ ਹੁੰਦੇ ਆ? ਜ਼ਿਆਦਾ ਮਨ ਦੇ ਰਸਤੇ ਹੀ ਵਿਚਾਰ ਪੈਦਾ ਹੁੰਦੇ ਨੇ। ਵਿਚਾਰ ਪੈਦਾ ਹੋਣ ਦਾ ਇੱਕ ਸਾਧਨ ਹੀ ਮਨ ਹੈ, ਅਤੇ ਮਨ ਨੂੰ ਇਹ ਸਵਾਦ ਵਿੱਚ ਜ਼ਿਆਦਾ ਰਚਿਆ ਰਹਿੰਦਾ ਹੈ। ਇਹ ਚਾਹੁੰਦਾ ਹੈ ਮੈਨੂੰ ਵਾਰ-ਵਾਰ ਹਰ ਢੰਗ ਦੇ ਸਵਾਦ ਮਿਲਣ, ਪਰ ਜੋ ਪ੍ਰਤੱਖ ਰੂਪ 'ਚ ਬਾਹਰ ਨਜ਼ਰ ਹੀ ਆਉਂਦਾ ਹੈ, ਅੱਖਾਂ ਨਜ਼ਰ ਆਉਂਦੀਆਂ ਨੇ, ਉਹਦਾ ਛੇਤੀ ਪ੍ਰਭਾਵਿਤ ਹੁੰਦਾ ਹੈ, ਕਿਉਂਕਿ ਮਤ ਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਪਰ ਗੁਰਬਾਣੀ ਦੀ ਸੋਚ ਮੁਤਾਬਕ ਚੱਲੀਏ ਤਾਂ ਅਰਦਾਸ ਆਪਾਂ ਨਿੱਤ ਕਰਦੇ ਹਾਂ, ਮਨ ਨੀਵਾਂ ਮਤ ਉੱਚੀ। ਅਗਰ ਮਤ ਉੱਚੀ ਹੋ ਜਾਵੇ ਤਾਂ ਮਨ ਨੂੰ ਕੰਟਰੋਲ ਵਿੱਚ ਕਰਕੇ ਆਪਾਂ ਸੇਧ ਸਹੀ ਦੇ ਸਕਦੇ ਹਾਂ। ਤੁਸੀਂ ਗੱਲ ਕੀਤੀ ਮਨ ਦੀ, ਮਨ ਹੈ ਕੀ? ਮਨ ਵਿਚਾਰਾਂ ਦਾ ਸੰਗ੍ਰਹਿ ਹੀ ਹੈ, ਪਰੰਤੂ ਇਸ 'ਤੇ ਜੋ ਪ੍ਰਭਾਵ ਪੈਂਦਾ ਹੈ ਉਸ ਨੂੰ ਇਹ ਛੇਤੀ ਗ੍ਰਹਿਣ ਕਰਕੇ ਅਤੇ ਉਸ ਕਾਰਜ ਨੂੰ ਕਰਨ ਲਈ ਦੌੜ ਲਾ ਦਿੰਦਾ ਹੈ, ਜਿਸ ਕਰਕੇ ਬੁੱਧੀ ਨੂੰ ਆਪਣੇ ਕਾਬੂ ਵਿੱਚ ਰੱਖ ਕੇ ਉਸ ਕੰਮ ਨੂੰ ਕਰਨ ਵਿੱਚ ਪ੍ਰੈਕਟੀਕਲੀ ਬੁੱਧੀ ਦਾ ਸਹਾਰਾ ਲੈ ਕੇ ਬਾਡੀ ਨੂੰ ਵਰਤਦਾ ਹੈ, ਸਰੀਰ ਨੂੰ ਵਰਤਦਾ ਹੈ। ਅਗਰ ਮਤ ਉੱਚੀ ਹੈ, ਗੁਰੂ ਦੇ ਆਸੇ ਅਨੁਸਾਰ ਚੱਲਦੇ ਹਾਂ, ਗੁਰਬਾਣੀ ਨਾਲ ਜੁੜੇ ਹੋਏ ਹਾਂ, ਤਾਂ ਮਤ ਨੂੰ ਸਹੀ ਠਿਕਾਣੇ 'ਤੇ ਪਹੁੰਚ ਕੇ ਮਨ ਨੂੰ ਰੋਕ ਸਕਦੇ ਹਾਂ, ਅਤੇ ਕਿਸੇ ਗਲਤੀਆਂ ਤੋਂ ਆਪਾਂ ਬਚ ਸਕਦੇ ਹਾਂ, ਅਤੇ ਸਾਡੀ ਜੋ ਇੱਜ਼ਤ ਮਾਣ ਹੈ ਉਹ ਬਚ ਸਕਦਾ ਹੈ। ਤੁਸੀਂ ਗੱਲ ਕੀਤੀ ਹੈ ਗੁਰਬਾਣੀ ਦੀ, ਅਤੇ ਗੁਰਬਾਣੀ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹਨਾਂ ਤੋਂ ਕੀ ਸਮਝਦੇ ਹੋ ਇਸ ਪੰਕਤੀ? ਗੁਰਬਾਣੀ ਦਾ ਆਸਾ ਬਹੁਤ ਉੱਚਾ ਹੈ, ਅਗੰਮ ਹੈ, ਅਗੋਚਰ ਹੈ, ਜੋ ਆਮ ਇਨਸਾਨ ਦੀ ਸਮਝ ਤੋਂ ਬਾਅਦ ਹੈ। ਅਗਰ ਗੁਰੂ ਸਾਹਿਬ ਕਿਰਪਾ ਕਰਨ ਤਾਂ ਥੋੜ੍ਹੀ ਜਿਹੀ ਤੁਸ਼ ਮਾਤਰ ਸਮਝ ਪੈ ਸਕਦੀ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜੋ ਪ੍ਰਕਾਸ਼ਮਈ ਹੈ, ਮੂਲ ਜੋਤ ਦਾ ਮਤਲਬ ਲਾਈਟ, ਪ੍ਰਕਾਸ਼, ਅਤੇ ਅਕਾਲ ਪੁਰਖ ਪ੍ਰਕਾਸ਼ ਹੈ, ਲਾਈਟ ਹੈ, ਸਰੀਰ ਧਾਰਨ ਨਹੀਂ ਕਰਦਾ ਪਰ ਰਹਿੰਦਾ ਵੀ ਸਾਰਿਆਂ ਦੇ ਵਿੱਚ ਹੀ ਹੈ। ਅਗਰ ਮਨ ਨੂੰ ਇਹ ਸਮਝ ਆ ਜਾਵੇ, ਇਨਸਾਨ ਆਪਣੇ ਆਪ ਨਾਲ ਜੁੜ ਜਾਵੇ, ਆਪਣੇ ਅੰਦਰ ਨਾਲ ਜੁੜ ਜਾਵੇ, ਤਾਂ ਇਹ ਗੱਲ ਸਮਝ ਪੈ ਸਕਦੀ ਹੈ ਵੀ ਮੇਰੇ ਅੰਦਰ ਇੱਕ ਪ੍ਰਕਾਸ਼ ਦਾ ਹੀ ਹਿੱਸਾ ਹੈ, ਜਿਹੜਾ ਮੈਂ ਨੂਰ ਦਾ ਹਿੱਸਾ ਹੈ, ਜਿਹੜਾ ਆਉਣ ਤੋਂ ਪਹਿਲਾਂ ਵੀ ਨੂਰ ਸੀ ਅਤੇ ਸਰੀਰ ਛੱਡਣ ਤੋਂ ਬਾਅਦ ਵੀ ਨੂਰ ਵਿੱਚ ਹੀ ਜਾਣਾ ਹੈ। ਇਹ ਮਨ ਨੂੰ ਸਮਝਾ ਕੇ, ਮਨ ਨੂੰ ਕਾਬੂ ਕਰਕੇ ਹੀ ਕੀਤਾ ਜਾ ਸਕਦਾ ਹੈ। ਕੋਈ ਵੀ ਕੰਮ ਕਰਦੇ ਅਸੀਂ, ਕੋਈ ਵੀ ਜਿੱਦਾਂ ਕੰਮ ਕੋਈ ਵੀ ਕਰਦੇ ਨੇ, ਜਿੰਨਾ ਚਿਰ ਅਸੀਂ ਚੰਗਾ ਕੰਮ ਕਰਕੇ ਜਾਂ ਅਸੀਂ ਸਮਝਦੇ ਹਾਂ ਵੀ ਬਹੁਤ ਵਧੀਆ ਕੰਮ ਕੀਤਾ, ਜਿੰਨਾ ਚਿਰ ਉਹਨੂੰ ਅਸੀਂ ਲੋਕਾਂ ਦੇ ਸਾਹਮਣੇ 2-4 ਲੋਕ ਸਾਨੂੰ ਵੇਖ ਨਾ ਲੈਣ, ਕਹਿਣ ਦਾ ਭਾਵ ਹੈ ਵੀ ਇੱਕ ਵਿਖਾਵੇ ਦਾ ਜੀਵਨ, ਜਿੰਨਾ ਚਿਰ ਅਸੀਂ ਉਹ ਨਹੀਂ ਕਰਦੇ, ਸਾਡੇ ਮਨ ਨੂੰ ਇੱਕ ਟਿਕਾਊ ਨਹੀਂ ਮਿਲਦਾ, ਸਿਦਕ ਨਹੀਂ ਮਿਲਦਾ। ਇਹਦੇ ਬਾਰੇ ਕੀ ਕਹੋਗੇ ਤੁਸੀਂ? ਇਹਦੇ ਵਿੱਚ ਭਾਈ ਸਾਹਿਬ ਫਰਕ ਇਹ ਪੈਂਦਾ ਵੀ ਸਾਡੇ ਕਿਹਨਾਂ ਹਾਲਾਤਾਂ ਵਿੱਚ, ਕਿਸ ਜਗ੍ਹਾ ਪਰ, ਕਿਸ ਪਰਿਵਾਰ ਵਿੱਚ ਸਾਡੀ ਪੈਦਾਇਸ਼ ਹੁੰਦੀ ਹੈ, ਸਾਡੇ ਮਾਂ ਪਿਓ ਕਿਸ ਤਰ੍ਹਾਂ ਦੇ ਹਨ, ਸਾਡਾ ਆਲਾ ਦੁਆਲਾ ਕਿਸ ਤਰ੍ਹਾਂ ਦਾ ਹੈ, ਔਰ ਕਿਸ ਧਰਮ ਖੇਤਰ ਵਿੱਚ ਆਪਾਂ ਜੁੜੇ ਹੋਏ ਹਾਂ।
ਉਹਨਾਂ ਦਾ ਪ੍ਰਭਾਵ ਸਾਡੀ ਜ਼ਿੰਦਗੀ ਵਿੱਚ ਕਾਫੀ ਪੈਂਦਾ ਹੈ। ਇਸ ਨੂੰ ਸੁਧਾਰ ਕਰਨ ਲਈ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਸਾਡਾ ਜਨਮ ਤੋਂ ਪਹਿਲਾਂ ਮਾਂ ਦਾ ਕੀ ਰੋਲ ਰਿਹਾ, ਪਿਤਾ ਦਾ ਕੀ ਰੋਲ ਰਿਹਾ, ਉਹਨਾਂ ਦੇ ਕੀਤੇ ਹੋਏ ਸੰਸਕਾਰਾਂ ਦਾ ਮੇਰੇ 'ਤੇ ਵੀ ਅਸਰ ਪਏਗਾ, ਸਰੀਰ ਔਰ ਮਨ 'ਤੇ ਦੋਨਾਂ 'ਤੇ ਅਸਰ ਪੈਂਦਾ ਹੈ। ਵੇਖੋ, ਕੁਝ ਕਮਜ਼ੋਰੀਆਂ ਹੁੰਦੀਆਂ, ਜਿੱਦਾਂ ਸਰੀਰ ਦੀ ਕਮਜ਼ੋਰੀ ਸਾਨੂੰ ਛੇਤੀ ਦਿਖ ਪੈਂਦੀ ਹੈ, ਤੇ ਗੱਲ ਚੱਲ ਰਹੀ ਹੈ ਮਨ ਦੀ। ਮਨ ਦੀ ਕਮਜ਼ੋਰੀ ਨੂੰ ਵੇਖਣ ਵਾਸਤੇ ਕੀ ਕਰਨਾ ਪਵੇਗਾ? ਮਨ ਦੀ ਕਮਜ਼ੋਰੀ ਨੂੰ ਨਜ਼ਰ ਕਰਨ ਦੇਖਣ ਲਈ ਤੇ ਆਪਣੇ ਆਪ ਦੀ ਹੀ ਖੋਜ ਕਰਨੀ ਪਏਗੀ। ਮੈਨੂੰ ਆਪਣੀ ਕਮਜ਼ੋਰੀਆਂ ਦੀ ਸਮਝ ਛੇਤੀ ਆ ਜਾਂਦੀ ਹੈ। ਆਪਣਾ ਪਾਰਸ ਤਾਂ ਮੈਨੂੰ ਆਪ ਬਣਨਾ ਪਏਗਾ। ਕਸੌਟੀ ਮੈਨੂੰ ਜਿਹੜੀ ਕਸੌਟੀ ਹੈ ਉਹ ਪਰਖਦੀ ਹੈ ਵੀ ਚੀਜ਼ ਅਸਲ ਹੈ ਜਾਂ ਨਕਲ ਹੈ। ਮਨ ਦੀ ਕਸੌਟੀ ਤਾਂ ਆਪਣਾ ਆਪ ਹੀ ਹੈ, ਕੋਈ ਬਾਹਰੋਂ ਬੰਦਾ ਨਹੀਂ ਪਰਖ ਸਕਦਾ। ਗੁਰਬਾਣੀ ਦਾ ਆਸਾ ਲਵਾਂਗੇ ਤਾਂ ਗੁਰਬਾਣੀ ਵਿੱਚ ਤਾਂ ਵਾਰ-ਵਾਰ ਮਨ ਨੂੰ ਹੀ ਸੇਧ ਦਿੱਤੀ ਜਾਂਦੀ ਹੈ। ਇਹਨਾਂ ਨੂੰ ਮਨ ਪਿਆਰਾ ਵੀ ਕਿਹਾ, ਮਿੱਤਰ ਵੀ ਕਿਹਾ ਅਤੇ ਮਨ ਮੂਰਖ ਵੀ ਕਿਹਾ, ਮਨ ਲੋਭੀ ਵੀ ਕਿਹਾ, ਚੰਚਲ ਵੀ ਕਿਹਾ। ਇਸ ਮਨ ਨੂੰ ਬੜੇ ਨਾਵਾਂ ਨਾਲ ਸੰਬੋਧਨ ਕੀਤਾ ਗਿਆ। ਜਦੋਂ ਇਹ ਆਖੇ ਲੱਗ ਜਾਂਦਾ ਹੈ ਬੁੱਧੀ ਦੇ ਅਨੁਸਾਰ, ਇਹ ਪਿਆਰਾ ਵੀ ਹੋ ਜਾਂਦਾ ਹੈ, ਮਿੱਤਰ ਵੀ ਬਣ ਜਾਂਦਾ ਹੈ। ਜਿਸ ਤੋਂ ਗੱਲ ਬਾਣੀ ਦੀ ਕੀਤੀ, ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ, ਇਹੋ ਗੁਰਬਾਣੀ ਕਹਿੰਦੀ। ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿੱਦਾਂ ਅਸੀਂ ਆਮ ਦੁਨੀਆ 'ਚ ਵਿਚਰਦੇ ਹਾਂ, ਵੇਖਦੇ ਹਾਂ ਕਿ ਮਨ ਕਿਤੇ ਨਾ ਕਿਤੇ ਬਿਮਾਰ ਹੋ ਗਿਆ ਲੱਗਦਾ। ਕੀ ਕਹੋਗੇ ਇਹਦੇ ਬਾਰੇ? ਮਨ ਦੀ ਅਵਸਥਾ ਬਿਮਾਰੀ ਦੀ ਇਹ ਪਹੁੰਚਦੀ ਹੈ ਵੀ ਜੋ ਮੇਰੇ ਕੋਲ ਹੈ ਮੈਂ ਉਸ ਤੋਂ ਜ਼ਿਆਦਾ ਵਿਖਾਵਾ ਕਰਨਾ ਚਾਹੁੰਦਾ ਹਾਂ, ਦੱਸਣਾ ਚਾਹੁੰਦਾ ਵੀ ਮੇਰੇ ਕੋਲ ਬਹੁਤ ਸਮਰੱਥਾ ਹੈ, ਮੇਰਾ ਬੜਾ ਹੈਸੀਅਤ ਹੈ, ਪਰ ਹੁੰਦੀ ਨਹੀਂ ਅਸਲੀਅਤ ਵਿੱਚ। ਜਦੋਂ ਨਾ ਹੋਣਾ ਜਿਹੜਾ ਹੈ ਉਸ ਨੂੰ ਹੋਣ ਦਾ ਇੱਕ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਹੈ ਉਹਨੂੰ ਹੋਣਾ ਨਹੀਂ ਚਾਹੁੰਦੇ। ਇਸ ਭੁਲੇਖੇ ਦੇ ਵਿੱਚ ਫਿਰ ਜਦੋਂ ਗੱਲ ਪੂਰੀ ਨਹੀਂ ਸਿਰੇ ਲੱਗਦੀ ਜਾਂ ਉਹ ਆਪਾਂ ਉਸ ਮੰਜ਼ਿਲ 'ਤੇ ਪਹੁੰਚ ਨਹੀਂ ਪਾਉਂਦੇ ਤਾਂ ਇਸ ਦਾ ਪ੍ਰਭਾਵ ਮੇਰੇ ਮਨ 'ਤੇ, ਮੇਰੇ ਸਰੀਰ 'ਤੇ, ਮੇਰੇ ਦਿਮਾਗ 'ਤੇ ਪੈਂਦਾ ਹੈ, ਜਿਸ ਦੇ ਪ੍ਰਭਾਵ ਨੂੰ ਇਹ ਕਬੂਲਦਾ ਹੈ। ਔਰ ਜਦੋਂ ਇੱਛਾਵਾਂ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ ਇਹ ਆਪਣੇ ਆਪ ਨੂੰ ਕਮਜ਼ੋਰ ਮੰਨਣ ਲੱਗ ਪੈਂਦਾ ਹੈ। ਬਾਅਦ ਵਿੱਚ ਹੌਲੀ ਹੌਲੀ ਇਹ ਦਿਮਾਗੀ ਬੋਝ ਪੈਂਦਾ ਇਹ ਬਿਮਾਰ ਹੋਣ ਲੱਗਦਾ ਹੈ। ਆਮ ਤੌਰ 'ਤੇ ਵੇਖਿਆ ਜਾਂਦਾ ਕਿ ਜਿਹੜੀ ਮਨ ਦੀ ਕਈ ਗੱਲਾਂ, ਜਿਹੜੀ ਸੋਚ ਬਹੁਤ ਵਧੀਆ ਹੈ, ਲੇਕਿਨ ਜਿਹੜੇ ਗੱਲ ਚੱਲ ਰਹੀ ਕੋਈ ਫਾਲਤੂ ਵਿਚਾਰ ਜਿਹੜੇ ਸਾਡੇ ਅੰਦਰ, ਉਹ ਫਾਲਤੂ ਵਿਚਾਰ ਕੀ ਚੀਜ਼ ਹੈ? ਵਿਚਾਰ ਉਤਪੰਨ ਹੋਣੇ ਬਹੁਤ ਚੰਗੀ ਗੱਲ ਨੇ। ਅਗਰ ਬਿਲਕੁਲ ਵਿਚਾਰਾਂ ਨੂੰ ਰੋਕ ਲਵਾਂਗੇ ਤਾਂ ਆਪਾਂ ਮੁਰਦਾ ਹੋ ਜਾਵਾਂਗੇ। ਦਿਮਾਗ ਸੋਚਣਾ ਨਾ ਸੋਚੇ ਤਾਂ ਮੁਰਦਾ ਹੋ ਜਾਵਾਂਗੇ। ਜਿੰਨ ਤੱਕ ਜੀਵਨ ਹੈ ਵਿਚਾਰ ਵੀ ਆਉਣਗੇ ਅਤੇ ਸੋਚ ਵੀ ਆਵੇਗੀ, ਪਰ ਬੇਲੋੜੇ ਜਿਹਦੀ ਮੈਨੂੰ ਜ਼ਰੂਰਤ ਨਹੀਂ ਸੀ ਉਹ ਵਿਚਾਰ ਆ ਗਏ, ਅਣਸੱਦੇ ਆ ਗਏ, ਉਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਹ ਮਨ ਨਰੋਆ, ਤੰਦਰੁਸਤ ਤੇ ਤਕੜਾ ਰਹਿ ਸਕੇ। ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸੰਭਾਲ, ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭੈ ਨਾਲ। ਅਤੇ ਖਰਚ ਜਿੱਦਾਂ ਅਸੀਂ ਆਮ ਜੇਬ 'ਚ ਕਿਤੇ ਜਾਂਦੇ ਹਾਂ ਅਤੇ ਪੈਸਾ ਲੈ ਕੇ ਜਾਂਦੇ ਹਾਂ, ਅਤੇ ਇਹ ਜਿਹੜਾ ਇਹ ਖਰਚ ਦੀ ਗੱਲ ਕੀਤੀ ਹੈ, ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭੈ ਨਾਲ। ਉਹ ਜਿਹੜਾ ਨਾਲ ਨਿਭਣਾ ਜਾਂ ਇਹ ਕਿਹੜੇ ਖਰਚ ਦੀ ਗੱਲ ਹੈ, ਇਹ ਜ਼ਰੂਰ ਦੱਸੋ ਖੁੱਲ੍ਹ ਕੇ। ਖਾਲਸਾ ਜੀ, ਬੇਨਤੀ ਹੈ ਕਿ ਖਰਚਾ ਇਸ ਜੀਵਨ ਵਿੱਚ, ਇਸ ਸੰਸਾਰੀ ਜੀਵਨ ਵਿੱਚ ਜੀਣਾ, ਅਗਰ ਇਸ ਰਜੋ ਤਮੋ ਸਤੋ ਦੇ ਸੰਸਾਰ ਵਿੱਚ ਜੋ ਪਦਾਰਥ ਮਿਲਦੇ ਨੇ, ਚੌਥਾ ਪੱਤ ਜਿਹੜਾ ਮਿਲਦਾ ਤਾਂ ਫਿਰ ਜਾ ਕੇ ਖਲੱਸੀ ਹੁੰਦੀ ਕਿਤੇ। ਇਹਦੇ ਵਿੱਚ ਜੀਣ ਲਈ ਖਾਸ ਕਰਕੇ ਤਾਂ ਸਾਨੂੰ ਬਾਹਰੀ ਪ੍ਰਭਾਵਾਂ ਨੂੰ ਗ੍ਰਹਿਣ ਕਰਨ ਦੀ ਜਾਂ ਉਹ ਪ੍ਰਾਪਤ ਕਰਨ ਦੀ ਦੌੜ ਤਾਂ ਸਾਡੇ ਮਨ 'ਚ ਰਹਿੰਦੀ ਹੈ। ਇਹਦਾ ਪ੍ਰਭਾਵ ਸਾਡੇ 'ਤੇ ਬਹੁਤ ਜ਼ਿਆਦਾ। ਅਲੱਗ-ਅਲੱਗ ਕੋਸ਼ਿਸ਼ ਕਰਦੇ ਹੋਏ ਪ੍ਰਾਪਤ ਕਰਨਾ ਚਾਹੁੰਦੇ ਆ। ਮਨੁੱਖ ਹਰ ਇੱਕ ਦੀ ਦੌੜ ਹੈ ਵੀ ਮੈਂ ਵੱਧ ਤੋਂ ਵੱਧ ਸਫਲ ਹੋ ਜਾਵਾਂ, ਵੱਧ ਤੋਂ ਵੱਧ ਕਾਮਯਾਬ ਹੋਵਾਂ ਅਤੇ ਵੱਧ ਤੋਂ ਵੱਧ ਲੋਕ ਮੈਨੂੰ ਜਾਣਨ। ਗੁਰਬਾਣੀ ਵੀ ਵਿੱਚ ਵਰਣਨ ਆਉਂਦਾ ਵੀ ਚੰਗਾ ਨਾ ਔਰ ਖਾਈ ਕੇ ਜਸ ਕੀਰ ਜਗ ਲੈ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ। ਸਾਰਾ ਸੰਸਾਰ ਮੇਰੇ ਪਿੱਛੇ ਲੱਗ ਜਾਵੇ, ਜਿੱਥੇ ਜਾਵਾਂ ਉੱਠ ਕੇ ਸਲਾਮਾਂ ਵੀ ਹੋਣ ਲੱਗ ਪੈਣ, ਫਿਰ ਵੀ ਉਹ ਅਕਾਲ ਪੁਰਖ ਦੀ ਨਜ਼ਰ ਵਿੱਚ ਤੁੱਛ ਹੁੰਦਾ, ਕੁਛ ਵੀ ਨਹੀਂ ਹੁੰਦਾ ਅਗਰ ਉਹਦੀ ਨਜ਼ਰ ਵਿੱਚ, ਉਹਦੀ ਦ੍ਰਿਸ਼ਟੀ ਵਿੱਚ ਨਹੀਂ ਆਏ। ਮਨ ਜਿੱਦਾਂ ਪਹਿਲਾਂ ਗੱਲ ਚੱਲੀ ਕਿ ਮਨ ਸਾਡਾ ਬਿਮਾਰ ਹੋ ਗਿਆ, ਅਸੀਂ ਸਰੀਰ ਬਿਮਾਰ ਹੋ ਜਾਏ ਤਾਂ ਡਾਕਟਰ ਕੋਲ ਭੱਜਦੇ ਹਾਂ, ਵੱਡੇ ਵੱਡੇ ਹੋਸਪਿਟਲਾਂ 'ਚ ਇਲਾਜ ਕਰਵਾਉਂਦੇ ਹਾਂ, ਅਤੇ ਮਨ ਵਾਸਤੇ ਕਿਹੜਾ ਡਾਕਟਰ ਹੈ ਜਿਹੜਾ ਮਨ ਨੂੰ ਠੀਕ ਕਰ ਸਕੇ? ਇਹਦੇ ਵਿੱਚ ਵੀ ਗੁਰਬਾਣੀ ਦਾ ਹੀ ਆਸਾ ਮਿਲਦਾ ਹੈ। ਮਨ ਜੀਤੇ ਜਗ ਜੀਤ ਦਾ ਇੱਕ ਸ਼ਬਦ ਆਉਂਦਾ ਹੈ, ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ ਉਹਦੇ ਵਿੱਚ। ਅਗਰ ਸੰਸਾਰ ਨੂੰ ਜਿੱਤਣਾ ਚਾਹੁੰਦੇ ਹੋ ਤਾਂ ਸਭ ਨੂੰ ਪਹਿਲਾਂ ਮਨ ਨੂੰ ਜਿੱਤਣਾ ਪਏਗਾ। ਮਨ ਨੂੰ ਜਿੱਤਣ ਦਾ ਮਤਲਬ ਇਹਦੀਆਂ ਜਿੰਨੀਆਂ ਵੀ ਆਸਾ ਮਨਸਾ ਤ੍ਰਿਸ਼ਨਾ ਇਸ ਮਨ ਵਿੱਚ ਪੈਦਾ ਹੁੰਦੇ ਨੇ ਵਿਚਾਰ, ਉਹਨਾਂ ਦੀ ਬੇਲੋੜੇ ਵਿਚਾਰਾਂ ਨੂੰ ਕਾਂਟ ਛੱਡ ਕਰਦੇ ਹੋਏ ਬੁੱਧੀ ਦੇ ਨਾਲ, ਗੁਰ ਮਤ ਦੇ ਨਾਲ, ਮਤ ਤਾਂ ਹੈ ਪਰ ਮਨ ਵਰਤ ਰਿਹਾ। ਜਦੋਂ ਗੁਰੂ ਦੀ ਮਤ ਆ ਗਈ ਤਾਂ ਗੁਰੂ ਇਹ ਗੱਲ ਜਸ ਸਿਖਾ ਦੇਵੇਗਾ ਵੀ ਹੁਣ ਤੂੰ ਕਿਹੜੀ ਚੀਜ਼ ਵਰਤਣੀ ਹੈ, ਕਿਹੜੀ ਨਹੀਂ। ਅਗਰ ਮਨ ਨੂੰ ਸਹੀ ਖੁਰਾਕ ਮਿਲੀ, ਮਨ ਦੇ ਵਿਚਾਰ ਨੂੰ ਸਹੀ ਵਿਚਾਰ ਮਿਲ ਗਏ, ਚੰਗੇ ਵਿਚਾਰ ਮਿਲ ਗਏ, ਚੰਗਿਆਂ ਦਾ ਸੰਗ ਹੋ ਗਿਆ, ਗੁਰਬਾਣੀ ਦਾ ਸੰਗ ਹੀ ਲੈ ਲਓ, ਕਥਾ ਕੀਰਤਨ ਹੀ ਲੈ ਲਓ, ਕਿਸੇ ਵੀ ਧਰਮ ਖੇਤਰ ਵਿੱਚੋਂ ਲੈ ਸਕਦੇ। ਜ਼ਰੂਰੀ ਨਹੀਂ ਆਪਾਂ ਸਿੱਖ ਧਰਮ ਵਿੱਚੋਂ ਵਿਚਾਰ ਲਵਾਂਗੇ, ਚੰਗੇ ਵਿਚਾਰ ਕਿਤੋਂ ਵੀ ਲੈ ਸਕਦੇ ਹਨ। ਗੁਣਾ ਕੋ ਹੋਵੇ ਵਾਸੁਲਾ ਕੱਢ ਵਾਸ ਲਈ, ਜੇ ਡੱਬਾ ਵੇਖਣ ਦੀ ਜ਼ਰੂਰਤ ਨਹੀਂ, ਗੁਣ ਲੈਣੇ ਆ, ਸੁਗੰਧੀ ਲੈਣੀ ਹੈ, ਕਿਤੋਂ ਵੀ ਲੈ ਸਕਦੇ ਹਾਂ। ਅਗਰ ਇਹ ਮਨ ਨੂੰ ਚੰਗੀ ਸੁਗੰਧੀ ਸੁੰਘਣ ਦੀ ਆਦਤ ਪੈ ਗਈ, ਚੰਗੇ ਵਿਚਾਰ ਸੁਣਨ ਅਤੇ ਕਹਿਣ ਦੀ ਆਦਤ ਪੈ ਗਈ, ਇਹ ਤੰਦਰੁਸਤੀ ਆਪਣੇ ਆਪ ਹੀ ਗ੍ਰਹਿਣ ਕਰੇਗਾ। ਪਰ ਇਹਦੇ ਲਈ ਮਿਹਨਤ ਕਰਨੀ ਪਏਗੀ, ਕਿਉਂਕਿ ਚਲਾਕ ਬੜਾ, ਤੇਜ਼ ਬੜਾ, ਸਪੀਡ ਬਹੁਤ ਇਸ ਦੀ।
ਬਹੁਤ ਛੇਤੀ ਸਮਾਂ ਤੈਅ ਕਰਕੇ ਫਿਰ ਵਾਪਸ ਆ ਜਾਂਦਾ, ਸਕਿੰਟਾਂ ਵਿੱਚ ਕਿਤੋਂ ਨਾ ਕਿਤੇ ਹੋ ਆਉਂਦਾ, ਰੁਕਦਾ ਨਹੀਂ। ਇਹਨੂੰ ਬੁੱਧੀ ਦੇ ਆਸਰੇ, ਗੁਰਮਤ ਦੇ ਆਸਰੇ ਰੋਕਣਾ ਜ਼ਰੂਰੀ ਹੋ ਜਾਵੇਗਾ। ਮੈਨੂੰ ਤੁਹਾਡੇ ਗੱਲ ਕਰਦੇ ਕਰਦੇ ਗੱਲ ਚੇਤੇ ਕਿ ਮਨ ਵਿੱਚ ਹੈ ਸਤਿਗੁਰ ਕੇ ਪਾਸ। ਤੇ ਜਦੋਂ ਅਸੀਂ ਕਿਸੇ ਦੇ ਅੱਗੇ ਕੋਈ ਚੀਜ਼ ਵੇਚਦੇ ਹਾਂ, ਮੰਨ ਲਓ ਮੈਂ ਤੁਹਾਨੂੰ ਜਾਂ ਕਿਸੇ ਨੂੰ ਕੋਈ ਚੀਜ਼ ਵੇਚਣੀ, ਜੇ ਉਸ ਨੂੰ ਚੰਗੀ ਲੱਗੇ ਤਾਂ ਲਵੇਗਾ, ਨਹੀਂ ਤਾਂ ਨਹੀਂ ਲਵੇਗਾ। ਤੇ ਜਿਸ ਤਰ੍ਹਾਂ ਦਾ ਅੱਜ ਅਸੀਂ ਤੁਸੀਂ ਗੱਲ ਕਰ ਰਹੇ ਹੋ ਗੁਰਬਾਣੀ ਦੀ, ਬਹੁਤੇ ਬਹੁਤਾਂਤ ਵੇਖਿਆ ਜਾ ਰਿਹਾ ਕਿ ਗੁਰਬਾਣੀ ਵੀ ਪੜ੍ਹਦੇ ਆ, ਜੁੜੇ ਨਿਤਨੇਮ ਨਾਲ ਵੀ, ਲੇਕਿਨ ਕਿਤੇ ਇੱਦਾਂ ਨਹੀਂ ਲੱਗਦਾ ਪਰ ਗੱਡੀ ਲੱਦੀ ਆ ਵਾਲਾ ਕੰਮ। ਵੇਚ ਤਾਂ ਹੀ ਸਕਦੇ ਹਾਂ ਜੇ ਸਾਡਾ ਮਨ ਉਸ ਨੂੰ ਪਸੰਦ ਆਵੇ, ਜਿਹਨੂੰ ਅਸੀਂ ਵੇਚਣ ਦੀ ਗੱਲ ਕਰ ਰਹੇ ਹਾਂ। ਮਨ ਵੇਚਿਆ ਸਤਿਗੁਰ ਕੇ ਪਾਸ, ਅਤੇ ਸਤਿਗੁਰ ਦੇ ਤਾਂ ਹੀ ਉਹ ਚੀਜ਼ ਦੇ ਸਕਾਂਗੇ ਜੇ ਉਹਨਾਂ ਨੂੰ ਸਾਡੀ ਪਸੰਦ ਆਊਗੀ। ਪਰ ਮੈਨੂੰ ਕਿਤੇ ਨਾ ਕਿਤੇ ਲੱਗ ਰਿਹਾ ਕਿ ਅਸੀਂ ਸਾਰਾ ਕੁਝ ਕਰਦੇ ਕਰਦੇ ਵੀ ਮਨ ਜਿਹੜਾ ਵਾ ਜਿੱਦਾਂ ਦਾ ਸਤਿਗੁਰੂ ਇਹ ਵਸਤੂ ਚਾਹੁੰਦੇ ਉੱਦਾਂ ਦੀ ਨਹੀਂ ਕਰ ਪਾ ਰਹੇ। ਕੀ ਕਹੋਗੇ ਇਸ ਬਾਰੇ? ਤੁਸੀਂ ਸ਼ਬਦ ਬੋਲਿਆ ਜੀ ਗੁਰਾਂ ਸਾਹਿਬਾਂ ਦਾ, ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਪਹਿਲਾਂ ਤਾਂ ਸਮਝਣਾ ਪਏਗਾ ਮੇਰਾ ਕਾਰਜ ਕਿਹੜਾ ਕਾਰਜ ਐਸਾ ਹੈ, ਕਿਹੜਾ ਕੰਮ ਹੈ ਜਿਹਨੂੰ ਮੈਂ ਰਾਸ ਕਰਨਾ ਚਾਹੁੰਦਾ, ਜਿਹਨੂੰ ਸੰਪੂਰਨ ਕਰਨਾ ਚਾਹੁੰਦਾ ਅਤੇ ਮੈਨੂੰ ਬਹੁਤ ਫਾਇਦਾ ਹੋ ਜਾਵੇ। ਜੀਵਨ ਦਾ ਮਨੋਰਥ ਕੀ, ਕਾਰਜ ਦਾ ਮਨੋਰਥ ਕੀ ਹੈਗਾ। ਫਿਰ ਉਸ ਤੋਂ ਬਾਅਦ ਮਨ ਨੂੰ ਸਮਝਾਉਣਾ ਪਏਗਾ। ਮਨ ਵੇਚਣ ਲਈ, ਤੁਸੀਂ ਵੇਚਣ ਦੀ ਗੱਲ ਕੀਤੀ ਆ, ਕੋਈ ਵੀ ਚੀਜ਼ ਆਪਾਂ ਬਾਜ਼ਾਰ ਵਿੱਚ ਵੇਚਣ ਜਾਂਦੇ ਹਾਂ ਤਾਂ ਕੋਈ ਸਹੀ ਹੋਵੇਗੀ ਤਾਂ ਫਿਰ ਹੀ ਵੇਖੇਗੀ, ਉਹਦਾ ਖਰੀਦਦਾਰ ਨਹੀਂ ਮਿਲੇਗਾ ਮਾੜੀ ਚੀਜ਼ ਦਾ। ਉਹ ਕਿ ਯਾਰ ਉਹਦਾ ਮਿਲ ਵੀ ਜਾਵੇਗਾ ਤਾਂ ਉਨੀ ਕੀਮਤ ਨਹੀਂ ਪਏਗੀ, ਤੁਛ ਮਾਤਰ ਜਿਹੜੀ ਕੀਮਤ ਮਿਲੇਗੀ, ਜਿਹਦਾ ਕੋਈ ਫਾਇਦਾ ਨਹੀਂ ਮਿਲਦਾ। ਹੁਣ ਮਨ ਨੂੰ ਸਾਫ਼ ਕਰਨਾ ਕਿੱਦਾਂ, ਮਨ ਨੂੰ ਸ਼ੁੱਧ ਕਰਨਾ ਕਿੱਦਾਂ, ਉਹ ਤਾਂ ਸੁਬਾ ਜਪਜੀ ਸਾਹਿਬ ਵਿੱਚ ਵੀ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਵੀ ਨਾਮ ਜਪੋ, ਨਾਮ ਜਪੋ, ਕੇਵਲ ਨਾਮ। ਬਾਕੀ ਗੁਰਬਾਣੀ ਪੜ੍ਹਨ ਨਾਲ ਹੀ ਮਨ ਰੋਕ ਵਿੱਚ ਆਉਂਦਾ, ਗੁਰਬਾਣੀ ਪੜ੍ਹਨ ਦੇ ਨਾਲ ਹੀ ਸਮਝ ਪੈਂਦੀ ਹੈ, ਗੁਰਬਾਣੀ ਪੜ੍ਹਨ ਦੇ ਨਾਲ ਹੀ ਗੁਰਮਤਿ ਦਾ ਧਾਰਨੀ ਹੋਣ ਦੀ ਕੋਸ਼ਿਸ਼ ਹੁੰਦੀ ਹੈ, ਆਪਣੇ ਜ਼ੋਰ ਨਾਲ ਨਹੀਂ। ਗੁਰੂ ਸਾਹਿਬਾਂ ਦੀ ਬਖਸ਼ਿਸ਼ ਨਦਰ ਨਿਹਾਲਤਾ ਨਾਲ ਅਕਾਲ ਪੁਰਖ ਟੁੱਟ ਜਾਵੇ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼। ਮਨ ਵਿੱਚ ਪ੍ਰਕਾਸ਼ ਤੇ ਤਾਂ ਹੀ ਹੋਣਾ ਹੈ ਅਗਰ ਅਕਾਲ ਪੁਰਖ ਕਿਰਪਾ ਕਰੇ ਤੇ ਗੁਰੂ ਆਪਣੀ ਬਖਸ਼ਿਸ਼ ਕਰੇ, ਫਿਰ ਇਹ ਮਨ ਵਿੱਚ ਜਿਹੜਾ ਪ੍ਰਕਾਸ਼ ਹੋਏਗਾ। ਜਦੋਂ ਪ੍ਰਕਾਸ਼ ਹੋ ਗਿਆ, ਹਨੇਰਾ ਰਿਹਾ ਨਹੀਂ, ਤੇ ਹਰ ਗੱਲ ਦੀ ਜਾਣਕਾਰੀ ਮਿਲ ਗਈ, ਸੂਝ ਮਿਲ ਗਈ, ਤੇ ਸੂਝ ਅਨੁਸਾਰ ਫਿਰ ਇਹਨੂੰ ਰੋਸ਼ਨੀ ਵਿੱਚ ਲਿਜਾਵਾਂਗੇ। ਜਦੋਂ ਰੋਸ਼ਨੀ ਵਿੱਚ ਚੱਲਾਂਗੇ ਤੇ ਆਪਣੇ ਆਪ ਹੀ ਤੰਦਰੁਸਤ ਹੋਵੇਗਾ, ਸਹੀ ਕੰਮ ਕਰੇਗਾ, ਸਰੀਰ ਵੀ ਤੰਦਰੁਸਤ ਹੋ ਜਾਵੇਗਾ, ਬੁੱਧੀ ਵੀ ਤੰਦਰੁਸਤ ਹੋ ਜਾਵੇਗੀ ਤੇ ਮਨ ਵੀ ਤੰਦਰੁਸਤ ਹੋ ਜਾਵੇਗਾ। ਗੱਲ ਚੱਲੀ ਸੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮੂਲ ਮੁੱਢ। ਕਿ ਮਨ ਦਾ ਮੁੱਢ ਹੈ ਕੀ ਹੈ, ਅਸਲ ਕੀ ਹੈ, ਮਨ ਅਸਲ ਕੀ ਹੈ, ਰੂਹ ਕੀ ਹੈ, ਇਹ ਜਿਹੜਾ ਅੰਦਰੋਂ ਬੋਲ ਰਿਹਾ ਕੌਣ ਹੈ। ਇਹ ਬਾਹਰੀ ਤੌਰ 'ਤੇ ਤਾਂ ਆਪਾਂ ਪੜ੍ਹਿਆ ਸੁਣਿਆ ਵੀ ਆ, ਪਰ ਮਹਿਸੂਸ ਨਹੀਂ ਕਰਕੇ ਵੇਖਿਆ। ਕਿਉਂ ਨਹੀਂ ਮਹਿਸੂਸ ਕੀਤਾ? ਕਹੋ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਹੁਣ ਜੋ ਭਰਮ ਦਾ ਜਾਲਾ ਲੱਗ ਗਿਆ, ਮੈਲ ਲੱਗ ਗਈ। ਪੁਰਾਣੇ ਸਮੇਂ ਵਿੱਚ ਛੱਪੜ ਸੀ, ਛੱਪੜਾਂ ਉੱਤੇ ਛੋਟੀ ਛੋਟੀ ਕਾਈ ਜੰਮ ਜਾਂਦੀ ਸੀ ਹਰੇ ਦੀ। ਅਜੇ ਵੀ ਸ਼ਾਇਦ ਕਿਸੇ ਇਲਾਕੇ ਵਿੱਚ ਹੋਵੇ। ਥੱਲਿਓਂ ਪਾਣੀ ਨਿਰਮਲ ਹੁੰਦਾ, ਪਰ ਉੱਤੇ ਜਿਹੜੀ ਕਾਈ ਜੰਮੀ ਉਹ ਲੱਗਦਾ ਵੀ ਬਹੁਤ ਗੰਦਾ ਪਾਣੀ ਹੋਵੇਗਾ। ਇਸ ਤਰ੍ਹਾਂ ਮਨ ਦੇ ਉੱਪਰ ਜੋ ਕਾਈ ਜੰਮ ਗਈ ਹੈ, ਮੈਲ ਜੰਮ ਗਈ ਹੈ, ਇਹ ਗੁਰੂ ਦਾ ਸ਼ਬਦ ਹੀ ਉਤਾਰ ਸਕਦਾ ਹੈ। ਆਪਣਾ ਆਪ ਪਛਾਣ ਕੇ ਹੀ ਹੋ ਸਕਦਾ ਹੈ। ਆਪਣਾ ਆਪ ਤੇ ਚੀਨਿਆ ਹੀ ਨਹੀਂ, ਆਪਣੇ ਤਾਂ ਗੱਲਬਾਤ ਕੀਤੀ ਨਹੀਂ। ਮੈਂ ਤੇ ਲੋਕਾਂ ਨੂੰ ਪਛਾਣਨ ਤੇ ਜਾਣਨ ਵਿੱਚ ਸਮਾਂ ਲਗਾ ਦਿੱਤਾ। ਮੈਂ ਕੀ ਹਾਂ, ਕਿਉਂ ਹਾਂ, ਕਿੱਦਾਂ ਦਾ ਹਾਂ, ਕਿੱਥੋਂ ਆਇਆ ਹਾਂ, ਕੀ ਕਰਨਾ, ਮੇਰਾ ਮਨੋਰਥ ਕੀ ਆ, ਇਹਨਾਂ ਗੱਲਾਂ ਵੱਲ ਮੇਰਾ ਅਜੇ ਧਿਆਨ ਨਹੀਂ ਗਿਆ। ਅਗਰ ਗੁਰੂ ਦੀ ਕਿਰਪਾ ਸਦਕਾ, ਸੱਚੇ ਬੰਦਿਆਂ ਦੀ ਸਤ ਸੰਗਤ ਸਦਕਾ। ਸਤ ਦਾ ਸੰਗ ਕੀ ਹੈ? ਸਤ ਸੰਗ, ਸੱਚ ਦਾ ਸੰਗ, ਉਹ ਸੱਚ ਜਿਹੜਾ ਸਦੀਵੀ ਹੈ, ਸਤਨਾਮ, ਜਿਹੜਾ ਹਮੇਸ਼ਾ ਰਹਿਣਾ ਹੈ। ਅਗਰ ਉਹਦਾ ਸੰਗ ਮੇਰੇ ਮਨ ਨੂੰ ਮਿਲ ਗਿਆ, ਮੇਰੀ ਸਰੀਰ ਨੂੰ ਮਿਲ ਗਿਆ, ਮੇਰੀ ਬੁੱਧੀ ਨੂੰ ਮਿਲ ਗਿਆ, ਉਹ ਸੰਗ ਹੀ ਮੈਨੂੰ ਕੁਛ ਸੱਚ ਵੱਲ ਲਿਜਾਏਗਾ। ਜਦੋਂ ਸੱਚ ਵੱਲ ਜਾਵਾਂਗੇ ਤਾਂ ਆਟੋਮੈਟਿਕਲੀ ਹੈ ਇਹ ਜਿਹੜਾ ਮਨ ਕਾਬੂ ਵਿੱਚ ਰਹੇਗਾ, ਔਰ ਉਸ ਸੰਤਾਂ ਦੀ ਸੰਗਤ ਨਾਲ, ਸਤ ਸੰਗਤ ਦੇ ਨਾਲ ਇਹ ਨਰੋਇਆ ਹੁੰਦਾ ਜਾਊਗਾ ਅਤੇ ਸੰਸਾਰ ਵਿੱਚ ਜਿਹੇ ਕਿਰਤ ਕਰਮ ਕਰੇਗਾ ਜਿਹਦੇ ਵਿੱਚ ਆਪਣਾ ਵੀ ਉਪਕਾਰ ਹੋਵੇ ਅਤੇ ਦੂਜਿਆਂ ਦਾ ਪਰ ਉਪਕਾਰ ਹੋ ਸਕੇ। ਵੇਖੋ ਹੁਣ ਮਨ ਦੀ ਗੱਲ ਚੱਲ ਰਹੀ ਹੈ, ਅਤੇ ਗੱਲ ਵਿੱਚੋਂ ਹੀ ਚੱਲੀ ਸੀ ਕਿ ਜਿਹੜੇ ਲੋਕ ਜ਼ਿਆਦਾ ਗੁਰਬਾਣੀ ਵੀ ਪੜ੍ਹਦੇ ਆ, ਲੇਕਿਨ ਕਿਤੇ ਨਾ ਕਿਤੇ ਲੱਗਦਾ ਕਿ ਉਹ ਜਿਹੜੀ ਅਵਸਥਾ ਜੋ ਗੁਰਬਾਣੀ ਕਹਿ ਰਹੀ ਹੈ, ਤੁਹਾਨੂੰ ਲੱਗਦਾ ਕਿ ਜੋ ਗੁਰਬਾਣੀ ਕਹਿ ਰਹੀ ਆ ਕਿ ਸਾਡਾ ਮਨ ਉਹਦੇ ਮੁਤਾਬਕ ਆਪਣਾ ਜੀਵਨ ਸਾਨੂੰ ਜੀਣ ਲਈ ਪ੍ਰੇਰਿਤ ਕਰ ਰਿਹਾ? ਇਸੇ ਗੱਲ ਵਿੱਚ ਵੀ ਗੁਰਬਾਣੀ ਹੀ ਰਾਹ ਮਾਰਗ ਦਰਸਾਉਂਦੀ ਹੈ। ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ। ਪੜ੍ਹਨਾ ਚੰਗੀ ਗੱਲ ਹੈ, ਵਿੱਦਿਆ ਨੂੰ ਹਾਸਲ ਕਰਨਾ ਬਹੁਤ ਚੰਗੀ ਗੱਲ ਹੈ। ਸੰਸਾਰ ਵਿੱਚ ਜੀਣਾ ਅਤੇ ਵਿੱਦਿਆ ਤੋਂ ਬਗੈਰ ਨਹੀਂ ਜੀ ਸਕਦੇ। ਚੰਗੀ ਗੱਲ ਹੈ, ਉੱਚ ਕੋਟੀ ਦੀ ਵਿੱਦਿਆ ਹਾਸਲ ਕਰਨੀ ਚਾਹੀਦੀ ਹੈ, ਅਲੱਗ-ਅਲੱਗ ਭਾਸ਼ਾਵਾਂ ਦਾ ਸਿੱਖਣਾ ਜ਼ਰੂਰੀ ਹੈ। ਪਰ ਇਹਦੇ ਵਿੱਚ ਮੇਨ ਗੱਲ ਹੈ ਵੀ ਮੈਂ ਪੜ੍ਹ ਕੀ ਰਿਹਾ ਹਾਂ। ਪਾਠ ਤਾਂ ਰੋਜ਼ ਕਰ ਰਿਹਾ, ਪਾਠ ਦਾ ਆਮ ਸ਼ਬਦਾਂ ਵਿੱਚ ਮਤਲਬ ਕੱਢਾਂ ਤਾਂ ਇੱਕ ਸਬਕ, ਇੱਕ ਲੈਸਨ ਨਿਕਲਦਾ। ਸਬਕ ਮਿਲਿਆ ਕੀ? ਗੁਰੂ ਸਾਹਿਬ ਕਹਿੰਦੇ ਵੀ ਇਹ ਕੰਮ ਨਾ ਕਰ, ਮੈਂ ਰੋਜ਼ ਹੀ ਪੜ੍ਹਦਾ, ਨਹੀਂ ਕਰਨਾ, ਪਰ ਮੈਂ ਕਰ ਜਾਂਦਾ ਹਾਂ, ਪਰ ਪੜ੍ਹਨ ਦਾ ਫਾਇਦਾ ਨਹੀਂ ਹੋਵੇਗਾ।
ਰੋਕ ਲੱਗੀ ਵੀ ਇਹ ਕੰਮ ਕਰ ਲਵੋ, ਜੇ ਮੈਂ ਗੁਰੂ ਆਸੇ ਅਨੁਸਾਰ ਕੰਮ ਕਰ ਦਿੱਤਾ ਤੇ ਫਿਰ ਤੇ ਮੈਂ ਕਾਮਯਾਬ ਹੋ ਗਿਆ, ਅਗਰ ਜੇ ਗੁਰੂ ਆਸੇ ਨਹੀਂ ਕੀਤਾ, ਪੜ੍ਹਦਾ ਰਿਹਾ ਤੇ ਉਹ ਰਿਜ਼ਲਟ ਉਹਦਾ ਨਾ ਪ੍ਰੈਕਟੀਕਲ ਕੀਤਾ, ਨਾ ਉਹਦਾ ਕੋਈ ਪੇਪਰ ਦਿੱਤਾ, ਮੈਂ ਪਾਸ ਅਗਲੀ ਕਲਾਸ 'ਚ ਗਿਆ ਹੀ ਨਹੀਂ, ਉਸੇ ਕਲਾਸ ਵਿੱਚ ਫਸਿਆ ਰਹਾਂਗਾ। ਵੇਖੋ ਭਾਈ ਸਾਹਿਬ, ਵਿੱਚ ਗੱਲ ਚੱਲੀ ਸੀ ਬਿਮਾਰੀ ਦੀ, ਵੀ ਮਨ ਤਕਰੀਬਨ ਵੇਖਿਆ ਜਾਏ ਤਾਂ ਸਾਡਾ ਬਿਮਾਰ ਹੋ ਗਿਆ, ਅਤੇ ਬਿਮਾਰ ਹੋਣ ਦੇ ਨਾਲ ਜਿਸ ਤਰ੍ਹਾਂ ਸਰੀਰ ਬਿਮਾਰ ਹੋਏ ਤਾਂ ਕੁਛ ਕਰਨ ਨੂੰ ਜੀਅ ਨਹੀਂ ਕਰਦਾ, ਅਤੇ ਮੈਨੂੰ ਲੱਗਦਾ ਜੇ ਸਾਡਾ ਮਨ ਜਿਹੜਾ ਵਾ ਇਹ ਬਿਮਾਰ ਆ, ਅਤੇ ਇਹਦੀ ਬਿਮਾਰੀ ਦੇ ਕਰਕੇ ਬਹੁਤ ਜ਼ਿਆਦਾ ਲੋਕ ਜਿਹੜੇ ਟੈਨਸ਼ਨ ਦੇ ਵਿੱਚ ਜਿਹੜੇ ਆ ਆਪਣਾ ਕਈ ਕੁਝ ਕਰ ਰਹੇ ਆ, ਕੋਈ ਆਪਣੀ ਆਤਮ ਹੱਤਿਆ ਕਰ ਰਿਹਾ ਵਾ, ਜਾਂ ਕੋਈ ਕਿਸੇ ਤਰ੍ਹਾਂ ਦੇ ਉਲਟ ਕੰਮ ਕਰ ਰਿਹਾ ਵਾ। ਅਤੇ ਕਿਸ ਤਰ੍ਹਾਂ ਹੋ ਸਕਦਾ ਕਿ ਮਨ ਛੇਤੀ ਤੋਂ ਛੇਤੀ ਸਾਡਾ ਜਿਹੜਾ ਨਿਰੋਗ ਹੋਵੇ ਅਤੇ ਜਿਹੜੇ ਕੰਮ ਕਰਨ ਵਾਸਤੇ ਸੰਸਾਰ 'ਤੇ ਮਨੁੱਖ ਆਇਆ ਵਾ ਉਹਦੇ ਵੱਲ ਨੂੰ ਮਨ ਸਾਨੂੰ ਪ੍ਰੇਰਿਤ ਕਰੇ? ਦੇਖੋ ਜੀ, ਬੇਨਤੀ ਹੈ ਇਸ ਸੰਬੰਧ ਵਿੱਚ, ਜੋ ਕਾਲ ਭਰੀ ਜ਼ਿੰਦਗੀ ਹੈ, ਸਪੀਡੀ ਜ਼ਿੰਦਗੀ ਹੈ, ਜਿਹੜਾ ਆਰਾਮ ਨਾਲ ਚੱਲਦਾ ਉਹ ਦੁਨੀਆ ਦੇ ਨਾਲ ਰਲਦਾ ਹੀ ਨਹੀਂ। ਜੇ ਆਸਤੇ ਨਾਲ ਚੱਲੇਗਾ ਤਾਂ ਦੂਜਿਆਂ ਨਾਲ ਰਲਿਆ ਨਹੀਂ ਜਾਏਗਾ। ਉਸ ਨੂੰ ਵੀ ਮਜਬੂਰਨ ਬਸ ਤੇਜ਼ ਹੀ ਗਤੀ ਜਿਹੜੀ ਅਡਾਪਟ ਕਰਨੀ ਪੈਂਦੀ ਹੈ, ਉਸੇ ਗਤੀ ਵਿੱਚ ਉਹਨੂੰ ਵੀ ਚੱਲਣਾ ਪੈਂਦਾ। ਜਦੋਂ ਤੇਜ਼ੀ ਨਾਲ ਚੱਲਦਾ ਤਾਂ ਸਭ ਕੁਝ ਪ੍ਰਾਪਤ ਹਰ ਮਨੁੱਖ ਸਭ ਕੁਝ ਹੀ ਪ੍ਰਾਪਤ ਕਰਨਾ ਚਾਹੁੰਦਾ। ਸਭ ਕੁਝ ਪ੍ਰਾਪਤ ਕਰਨ ਲਈ ਤਾਂ ਫਿਰ ਦੌੜ ਲਗਾਉਣੀ ਪਏਗੀ। ਉਸ ਦੌੜ ਨੂੰ ਲਗਾਉਂਦੇ ਜਦੋਂ ਕਿਸੇ ਗੱਲਾਂ ਨੂੰ ਮੈਂ ਪੂਰਾ ਨਹੀਂ ਕਰ ਪਾਉਂਦਾ ਜਾਂ ਉਹ ਇਨਸਾਨ ਪੂਰਾ ਨਹੀਂ ਕਰ ਪਾਉਂਦਾ, ਤਾਂ ਬਿਲਕੁਲ ਇਹ ਸੁਭਾਵਿਕ ਹੈ ਕਿ ਉਹ ਆਪਣੇ ਆਪ ਨੂੰ ਕਮਜ਼ੋਰ ਮੰਨਦਾ, ਮੰਨ ਕੇ ਯਾਰ ਮੇਰੇ ਕੋਲ ਨਹੀਂ ਹੋਣਾ। ਉਹਦਾ ਪ੍ਰਭਾਵ ਮਨ 'ਤੇ ਪਿਆ, ਮਨ ਨੇ ਦਿਮਾਗ ਨੂੰ ਦਿੱਤਾ, ਦੋਵਾਂ ਨੇ ਬਾਡੀ ਨੂੰ ਦੇ ਦਿੱਤਾ। ਅਤੇ ਉਹ ਜਿਹੜਾ ਵਾ ਆਪਣੇ ਆਪ ਨੂੰ ਬਿਮਾਰ ਜਿਹੜਾ ਫਿਰ ਬਾਹਰੀ ਰੂਪ ਵਿੱਚ ਲੋਕਾਂ ਨੂੰ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ। ਕਿਸੇ ਦਾ ਮੰਨ ਲਓ ਮੇਰੇ ਕੋਲ ਰਿਸ਼ਤਾ ਬਹੁਤ ਨੇੜੇ ਦਾ ਹੈ, ਮੇਰੇ ਕੋਲ ਪਦਾਰਥ ਬਹੁਤ ਕੀਮਤੀ, ਜੇ ਗਵਾਚ ਜਾਂਦਾ ਜਾਂ ਦੂਰ ਚਲਾ ਜਾਂਦਾ ਜਾਂ ਉਹਦਾ ਨੁਕਸਾਨ ਹੋ ਜਾਂਦਾ, ਤਾਂ ਉਹ ਮੇਰੇ ਮਨ 'ਤੇ ਪ੍ਰਭਾਵ ਤਾਂ ਉਸ ਰਿਸ਼ਤੇ ਉਸ ਪਦਾਰਥ ਦਾ ਪਵੇਗਾ, ਕਿਉਂਕਿ ਇਹਦਾ ਮੇਰਾ ਮਨ ਨਾਲ ਉਸ ਦਾ ਲਗਾਵ ਸੀਗਾ। ਲਗਾਵ ਵਾਲੀ ਚੀਜ਼ ਹੈ ਜਿਹੜੀ ਜਿਹਦੇ ਨਾਲ ਪ੍ਰੇਮ ਜਾਂ ਮੋਹ ਹੈ ਉਹ ਦੂਰ ਹੁੰਦੀ ਹੈ ਅਤੇ ਮਨ ਪ੍ਰਭਾਵਿਤ ਹੁੰਦਾ ਹੀ ਹੁੰਦਾ। ਜਦੋਂ ਮਨ ਪ੍ਰਭਾਵਿਤ ਹੁੰਦਾ, ਦਿਮਾਗ ਦੇ ਵਿਚਾਰ ਜਿਹੜੇ ਉਹ ਸੋਚ ਬਦਲਦੀ ਹੈ। ਜਦੋਂ ਸੋਚ ਬਦਲਦੀ ਆ ਅਤੇ ਤਨ ਅਤੇ ਮਨ ਦੋਵੇਂ ਜਿਹੜੇ ਆ ਕਮਜ਼ੋਰੀ ਮਹਿਸੂਸ ਕਰਦੇ ਨੇ, ਬਿਮਾਰ ਹੁੰਦੇ ਨੇ। ਬਾਹਰੀ ਰੂਪ ਵਿੱਚ ਤਾਂ ਡਾਕਟਰ ਸਾਹਿਬ ਦੀ ਸਲਾਹ ਦੇ ਨਾਲ ਦਵਾਈਆਂ ਖਾਣੀਆਂ ਪੈਂਦੀਆਂ, ਪਰ ਜਦੋਂ ਮਨ ਨੂੰ ਤਗੜਾ ਕਰਨਾ, ਵਿਲ ਪਾਵਰ ਉੱਚਿਆਂ ਕਰਨੀ ਹੈ, ਤਗੜਾ ਕਰਨਾ ਹੈ। ਆਮ ਤੌਰ 'ਤੇ ਪੁਰਾਣੇ ਬਜ਼ੁਰਗਾਂ ਤੋਂ ਵੀ ਸੁਣਦੇ ਹਾਂ ਵੀ ਵਿਲ ਪਾਵਰ ਜਿਸ ਦੀ ਤਗੜੀ ਹੈ ਉਹ ਬਿਮਾਰ ਵੀ ਹੋਵੇ ਤਾਂ ਜਲਦੀ ਠੀਕ ਹੋ ਜਾਵੇਗਾ। ਵਿਲ ਪਾਵਰ ਜਿਸ ਦੀ ਤਗੜੀ ਹੈ, ਚਾਹੇ ਉਹਦੇ ਸੱਟ ਕਿਉਂ ਨਹੀਂ ਲੱਗੀ, ਉਹ ਲੜਾਈ ਲੜ ਲਵੇਗਾ। ਜਿਹੜੀ ਵਿਲ ਪਾਵਰ ਕਮਜ਼ੋਰ ਹੋ ਗਈ, ਇੱਛਾ ਸ਼ਕਤੀ ਕਮਜ਼ੋਰ ਹੋ ਗਈ, ਉਹ ਛੋਟਾ ਕੰਮ ਵੀ ਨਹੀਂ ਕਰ ਪਾਏਗਾ। ਜਿਹਦੀ ਇੱਛਾ ਸ਼ਕਤੀ ਤਗੜੀ ਹੈ ਉਹ ਵੱਡੇ ਤੋਂ ਵੱਡਾ ਕੰਮ ਹੀ ਕਰ ਜਾਏਗਾ, ਚਾਹੇ ਉਹਦੀ ਬਾਡੀ ਇਜਾਜ਼ਤ ਦਿੰਦੀ ਹੈ ਚਾਹੇ ਨਹੀਂ ਦਿੰਦੀ ਹੈ। ਜ਼ਰੂਰੀ ਹੈ ਆਪਣੀ ਇੱਛਾ ਸ਼ਕਤੀ ਨੂੰ ਤਗੜਾ ਕਰਨਾ, ਆਪਣੇ ਮਨ ਨੂੰ ਤਗੜਾ ਕਰਨਾ। ਤਗੜਾ ਮਨ ਨਰੋਈ ਖੁਰਾਕ ਕੀ ਹੈ? ਭਜਨ, ਚੰਗੀਆਂ ਪੁਸਤਕਾਂ ਪੜ੍ਹਨਾ, ਗੁਰਬਾਣੀ ਨੂੰ ਪੜ੍ਹਨਾ, ਚੰਗੀਆਂ ਕਥਾਵਾਂ ਸੁਣਨੀਆਂ, ਚੰਗਾ ਕੀਰਤਨ ਸੁਣਨਾ, ਚੰਗੇ ਇਨਸਾਨਾਂ ਨਾਲ ਬੈਠਣਾ, ਇਹਨੂੰ ਨਰੋਈ ਖੁਰਾਕ ਮਿਲੇਗੀ। ਜਿਸ ਤਰ੍ਹਾਂ ਤਨ ਵਾਸਤੇ ਚੰਗਾ ਫਰੂਟ ਖਾਣਾ ਪੈਂਦਾ ਹੈ, ਚੰਗੇ ਹੋਰ ਪਦਾਰਥ ਖਾਣੇ ਪੈਂਦੇ ਜਿਨ੍ਹਾਂ 'ਚ ਵਿਟਾਮਿਨ ਵਗੈਰਾ ਹੁੰਦੇ ਨੇ, ਚੰਗਾ ਦੁੱਧ ਦਹੀਂ ਖਾਣਾ ਪੈਂਦਾ ਹੈ। ਜੋ ਮਾੜੀਆਂ ਚੀਜ਼ਾਂ ਖਾਂਦੇ ਆ ਤਾਂ ਸਰੀਰ ਬਿਮਾਰੀ ਗ੍ਰਸਤ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਅਗਰ ਮਾੜੇ ਵਿਚਾਰ ਹੀ ਉਤਪੰਨ ਹੁੰਦੇ ਰਹੇ ਤਾਂ ਮਨ ਰੋਗੀ ਹੋਣਾ ਸੁਭਾਵਿਕ ਹੈ। ਰਹੀ ਗੱਲ ਡਿਪਰੈਸ਼ਨ ਦੀ, ਪ੍ਰਭਾਵ ਹੋ ਜਾਣਾ, ਡਿਪਰੈਸ਼ਨ ਦੇ ਵਿੱਚ ਆ ਜਾਣਾ, ਦਿਮਾਗ ਕਿਸੇ ਗੱਲ ਦੇ ਵਿਚਾਰ ਰੁਕ ਗਏ, ਉਸੇ ਨੂੰ ਵਾਰ-ਵਾਰ ਦੁਹਰਾਉਂਦਾ ਹੈ, ਦਿਮਾਗ ਦੇ ਵਿੱਚ ਸੋਚ ਵਾਰ-ਵਾਰ ਆਉਂਦੀ ਹੈ, ਤਾਂ ਉਹਨੂੰ ਲੱਗਦਾ ਵੀ ਮੈਂ ਇਸ ਤੋਂ ਅੱਗੇ ਨਹੀਂ ਵੱਧ ਸਕਦਾ। ਅਗਰ ਉਹਦੇ ਵਿਚਾਰਾਂ ਨੂੰ, ਜਿਹੜੇ ਫਾਲਤੂ ਦੇ ਵਿਚਾਰਾਂ ਨੂੰ ਕਿਸੇ ਕੱਟ ਦਿੱਤਾ ਜਾਵੇ ਗੁਰਬਾਣੀ ਦੇ ਆਸੇ ਨਾਲ, ਜਾਂ ਕਿਸੇ ਸਹੀ ਪੁਰਖਾਂ ਦੀ ਸੰਗਤ ਦੇ ਨਾਲ, ਜਾਂ ਆਲੇ ਦੁਆਲੇ ਦੀ ਅਰਦਾਸ ਬੇਨਤੀਆਂ ਦੇ ਨਾਲ, ਇੱਕ ਪਾਸੇ ਤਾਂ ਡਾਕਟਰੀ ਦਵਾਈ ਚੱਲੇ, ਇੱਕ ਪਾਸੇ ਇਹ ਗੁਰਬਾਣੀ ਦਾ ਆਸਰਾ ਹੋਵੇ, ਅਕਾਲ ਪੁਰਖ ਦਾ ਆਸਰਾ ਹੋਵੇ, ਤੇ ਸਾਰੇ ਹੀ ਜਿਹੜੀ ਹੈ ਪੀੜਾ ਹੋ ਸਕਦੀ ਹੈ। ਕਿਉਂਕਿ ਜਿਹੜਾ ਔਖਦ ਹੈ, ਦਵਾਈ ਹੈ, ਉਹ ਹਰੀ ਕਾ ਨਾਮ ਹੀ ਹੈ। ਇੱਕ ਰੋਗ ਦਾ ਨਹੀਂ, ਸਰਬ ਰੋਗ ਕਾ ਔਖਦ ਨਾਮ ਵਿੱਚ ਹੀ ਸਾਰੀਆਂ ਤਾਕਤਾਂ ਨੇ। ਜਦੋਂ ਨਾਮ ਹਿਰਦੇ ਵਿੱਚ ਆ ਕੇ ਵਸ ਜਾਵੇਗਾ ਤਾਂ ਇਹ ਬਿਮਾਰੀਆਂ ਤੇ ਕੁਛ ਵੀ ਨਹੀਂ, ਇਹ ਮਨੋਰੋਗ ਕੁਛ ਵੀ ਨਹੀਂ, ਇਹ ਡਿਪਰੈਸ਼ਨ ਕੁਛ ਵੀ ਨਹੀਂ, ਅਗਲਾ ਰਸਤਾ ਦੇਵੇਗਾ। ਲੋੜ ਹੈ ਦੂਜਿਆਂ ਦੀ ਬੁਰਾਈਆਂ ਨੂੰ ਛੱਡਣ ਦੀ, ਅਤੇ ਆਪਣੇ ਜਿਹੜੇ ਮਨ ਨਾਲ ਲੱਗੇ ਹੋਏ ਲਗਾਵ, ਜਿਹੜਾ ਪਦਾਰਥ ਜਾਂ ਰਿਸ਼ਤਾ ਦੂਰ ਹੋਇਆ ਹੈ, ਉਹਨੂੰ ਸਹਿਜ ਵਿੱਚ ਲੈਣ ਦੀ, ਉਹਨੂੰ ਕਬੂਲ ਕਰਨ ਦੀ। ਅਗਰ ਕਬੂਲ ਕਰ ਰਿਹਾ ਤਾਂ ਇਹ ਬੜਾ ਵੱਡਾ ਸਹਾਰਾ ਮਿਲੇਗਾ ਮਨ ਨੂੰ, ਇਸ ਨੂੰ ਠੀਕ ਹੋਣ ਵਿੱਚ, ਇਸ ਮਨੋਰੋਗ ਨੂੰ ਠੀਕ ਕਰਨ ਵਿੱਚ ਸਹਾਇਤਾ ਹੋਵੇਗੀ। ਇੱਕ ਆਮ ਕਹਾਵਤ ਸੁਣਦੇ ਰਹੇ ਹਾਂ, ਮਨ ਮਿਲੇ ਦਾ ਮੇਲਾ ਅਤੇ ਗੁਰੂ ਮਿਲੇ ਦਾ ਚੇਲਾ। ਗੁਰੂ ਅਗਰ ਮਿਲ ਵੀ ਗਿਆ ਤਾਂ ਚੇਲਾ ਨਹੀਂ ਮਿਲਦਾ। ਕਿਉਂ ਨਹੀਂ ਮਿਲਦਾ? ਉਹ ਜਲਦੀ ਤੋਂ ਜਲਦੀ ਸਿੱਖਣਾ ਚਾਹੁੰਦਾ, ਸਭ ਕੁਛ ਛੇਤੀ ਤੋਂ ਛੇਤੀ ਸਿੱਖਣਾ ਚਾਹੁੰਦਾ। ਜਦੋਂ ਛੇਤੀ ਤੋਂ ਛੇਤੀ ਸਿੱਖਣਾ ਚਾਹੁੰਦਾ ਤਾਂ ਉਹ ਕਾਲ ਵਿੱਚ ਸਹੀ ਗੱਲਾਂ ਨਹੀਂ ਸਿੱਖ ਪਾਏ, ਸਪੀਡ ਵਿੱਚ ਨਹੀਂ ਸਿੱਖੀਆਂ ਜਾਂਦੀਆਂ। ਸਿੱਖਣ ਲਈ ਤਾਂ ਆਸ 'ਤੇ ਚੱਲਣਾ ਜ਼ਰੂਰੀ ਹੈ, ਅਤੇ ਗੁਰੂ ਨੇ ਸਿਖਾਉਣਾ ਹੈ। ਗੁਰੂ ਨੂੰ ਪਤਾ ਹੈ, ਉਸਤਾਦ ਨੂੰ ਪਤਾ ਹੈ ਵੀ ਹੁਣ ਇਹਨੂੰ ਕਿੰਨੀ ਕੁ ਸਪੀਡ ਦੇਣ ਦੀ ਲੋੜ ਹੈ।
ਕਿੱਥੇ ਰੋਕਣ ਦੀ ਲੋੜ ਹੈ। ਅਗਰ ਉਹ ਗੁਰੂ ਦੇ ਆਸੇ ਮੁਤਾਬਕ ਸਿੱਖਿਆ ਗ੍ਰਹਿਣ ਨਹੀਂ ਕਰਨਾ ਚਾਹੁੰਦਾ ਤਾਂ ਉਹ ਚੰਗੀ ਪ੍ਰਾਪਤੀ ਨਹੀਂ ਕਰ ਸਕੇਗਾ, ਚੰਗਾ ਗਿਆਨ ਪ੍ਰਾਪਤ ਨਹੀਂ ਕਰ ਸਕੇਗਾ। ਤੇ ਜਿਹੜਾ ਅਧੂਰਾ ਗਿਆਨ ਹੈ ਉਹ ਨੁਕਸਾਨ ਪਹੁੰਚਾਉਂਦਾ, ਉਹਦੇ ਖੁਦ ਨੂੰ ਵੀ ਅਤੇ ਸਮਾਜ ਨੂੰ ਵੀ ਅਧੂਰਾ ਗਿਆਨ ਜਿਹੜਾ ਵਾ ਨੁਕਸਾਨ ਪਹੁੰਚਾਏਗਾ। ਅਗਰ ਕਿਸੇ ਨੇ ਕਿਸੇ ਬੱਚੇ ਅਵਲ ਤਾਂ ਸਿੱਖਿਆ ਜਿਹੜੀ ਹੈ ਉਹ ਮਰਨ ਤੱਕ ਨਹੀਂ ਖਤਮ ਹੁੰਦੀ। 100 ਸਾਲ ਵੀ ਉਮਰ ਹੋ ਜਾਵੇ ਤਾਂ ਵੀ ਕਿਸੇ ਨਾ ਕਿਸੇ ਸੰਸਾਰ ਵਿੱਚੋਂ ਸਿੱਖਿਆ ਜਾ ਸਕਦਾ। ਬੱਚੇ ਤੋਂ ਵੀ ਸਿੱਖਿਆ ਜਾ ਸਕਦਾ ਹੈ, ਪਦਾਰਥਾਂ ਤੋਂ ਵੀ ਸਿੱਖਿਆ ਜਾ ਸਕਦਾ ਹੈ, ਜੀਆਂ ਜਨਤਾਂ ਤੋਂ ਵੀ ਸਿੱਖਿਆ ਜਾ ਸਕਦਾ, ਕਿਰਮਾਂ ਜਨਤਾਂ ਤੋਂ ਵੀ ਸਿੱਖਿਆ ਜਾ ਸਕਦਾ। ਰੋਜ਼ ਸਫ਼ਰ ਕਰਦੇ ਹਾਂ, ਰੋਜ਼ ਵਿਚਰਦੇ ਹਾਂ, ਕਿਤੇ ਨਾ ਕਿਤੇ ਰਸਤੇ ਤੋਂ ਚੱਲਦੇ ਹਾਂ ਕਦੀ ਨਾ ਕਦੀ ਕੋਈ ਜਾਨਵਰ ਕੋਈ ਸਿੱਖਿਆ ਦੇ ਜਾਂਦਾ ਹੈ, ਕਦੀ ਕੋਈ ਪੰਛੀ ਸਿੱਖਿਆ ਦੇ ਜਾਂਦਾ ਹੈ, ਕਦੀ ਕੋਈ ਇਨਸਾਨ ਸਿੱਖਿਆ ਦੇ ਜਾਂਦਾ ਹੈ, ਕਦੀ ਆਪਣੇ ਆਪ ਨੂੰ ਲੱਗਦਾ ਵੀ ਇਸ ਤਰ੍ਹਾਂ ਹੋਣਾ ਚਾਹੀਦਾ, ਸਿੱਖਿਆ ਮਿਲਦੀ ਹੈ। ਅਗਰ ਮਨ ਵਿੱਚ ਦਿਮਾਗ ਵਿੱਚ ਕੋਈ ਫੁਰਨਾ ਫੁਰੇ ਪਰ ਉਹਦਾ ਜਵਾਬ ਨਾ ਮਿਲੇ, ਤਸੱਲੀ ਨਾ ਹੋਵੇ, ਤੇ ਸਮੇਂ 'ਤੇ ਛੱਡ ਦੇਣਾ ਚਾਹੀਦਾ। ਸਮਾਂ ਐਸੀ ਬਣਤ ਬਣਾਉਂਦਾ ਹੈ, ਐਸੀ ਵਿਉਂਤ ਕਰਦਾ ਹੈ, ਉਹ ਤੁਹਾਡਾ ਜਵਾਬ ਆਟੋਮੈਟਿਕਲੀ ਤੁਹਾਨੂੰ ਦਿੰਦਾ ਹੈ। ਕਿਸ ਢੰਗ ਨਾਲ ਦਿੰਦਾ ਹੈ ਉਹ ਸਮੇਂ ਅਧੀਨ ਹੋ ਜਾਂਦਾ ਹੈ। ਸਭ ਕੁਛ ਮਨੁੱਖ ਨਹੀਂ ਹੈ, ਮਨੁੱਖ ਕੇ ਹੱਥ ਸਭ ਕੁਛ ਨਹੀਂ ਹੈ। ਕਰਦਾ ਕੌਣ ਹੈ? ਕਰਤਾ, ਕਰਨਹਾਰ ਕਰਦਾ ਹੈ। ਪਰ ਅਸੀਂ ਆਪਣੇ ਆਪ ਨੂੰ ਹੀ ਸਭ ਕੁਛ ਜਦੋਂ ਸਮਝਣ ਲੱਗ ਪਏ ਹਾਂ ਤਾਂ ਫਿਰ ਜਿਹੜਾ ਉਹਨੂੰ ਪਸੰਦ ਨਹੀਂ। ਅਹੰਕਾਰ ਅਕਾਲ ਪੁਰਖ ਨੂੰ ਪਸੰਦ ਬਿਲਕੁਲ ਨਹੀਂ ਹੈ। ਜਿਹੜਾ ਅਹੰਕਾਰ ਆ ਉਹ ਮਾਰਿਆ। ਨੀਵਾਂ ਹੋ ਕੇ ਚੱਲਣਾ, ਗੁਰਬਾਣੀ ਤਾਂ ਲਗਭਗ ਨੀਵਾਂ ਹੋਣ ਦੀ ਹੀ ਦਾਤ ਬਖਸ਼ਦੀ ਹੈ। ਮਨ ਨੀਵਾਂ ਮਤ ਉੱਚੀ, ਮਤ ਉੱਚੀ ਕਰਨੀ ਬਹੁਤ ਜ਼ਰੂਰੀ ਹੈ ਅਤੇ ਮਨ ਨੂੰ ਨੀਵਾਂ ਕਰਨਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਇਨਸਾਨਾਂ ਨੇ ਗੁਰੂ ਮਤ ਦੇ ਅਨੁਸਾਰ, ਸੰਗਤ ਦੇ ਅਨੁਸਾਰ ਆਪਣੀ ਮਤ ਨੂੰ ਉੱਚਾ ਕਰ ਲਿਆ, ਆਪਣੀ ਮਨ ਦੀ ਮਤ ਨੂੰ ਸੁੱਟ ਕੇ ਪਰੇ ਸੁੱਟ ਕੇ ਵੇਚ ਕੇ ਜਾਂ ਉਹਨੂੰ ਤਬਦੀਲ ਕਰਕੇ ਗੁਰਮਤ ਵਿੱਚ ਲੈ ਆਂਦਾ, ਗੁਰੂ ਕਿਰਪਾ ਹੋ ਗਈ, ਬਖਸ਼ਿਸ਼ ਹੋ ਗਈ, ਨਦਰ ਨਿਹਾਲਤਾ ਹੋ ਗਈ, ਤਾਂ ਇਹ ਮਨ ਕਾਬੂ ਵਿੱਚ ਆਵੇਗਾ ਅਤੇ ਮਤ ਜਿਹੜੀ ਆ ਆਪ ਵੀ ਸੁੱਖ ਲਵੇਗੀ, ਬਾਹਰੀ ਸੁੱਖ ਵੀ ਦੇਵੇਗੀ, ਲੋਕਾਂ ਦਾ ਵੀ ਭਲਾ ਕਰੇਗੀ, ਆਪਣਾ ਵੀ ਉਪਕਾਰ ਕਰੇਗੀ। ਆਪਣਾ ਉਪਕਾਰ ਕੀ ਹੈ ਕਿ ਮੈਂ ਆਇਆ ਕੀ ਕਰਨ ਸੀ? ਪੈਸੇ ਇਕੱਠੇ ਕਰਨ ਤਾਂ ਮੇਰੇ ਤੋਂ ਪਹਿਲਾਂ ਵੀ ਬੜੇ ਕਰਦੇ ਚਲੇ ਗਏ, ਕੋਠੀਆਂ, ਕਾਰਾਂ, ਬੰਗਲੇ, ਜਾਇਦਾਦਾਂ ਮੇਰੇ ਤੋਂ ਪਹਿਲਾਂ ਵੀ ਬਣਾਉਂਦੇ ਕਈ ਚਲੇ ਗਏ ਅਤੇ ਅੱਗੇ ਵੀ ਚਲੇ ਜਾਣਗੇ। ਪਰ ਜੋ ਗੁਰਬਾਣੀ ਹੈ, ਸੰਤ ਤਾਂ ਹਰ ਘਰ ਨਹੀਂ ਪੈਦਾ ਹੋ ਰਿਹਾ, ਭਗਤ ਤਾਂ ਹਰ ਘਰ ਨਹੀਂ ਪੈਦਾ ਹੋ ਰਿਹਾ, ਪਰ ਪਦਾਰਥਵਾਦੀ ਮਨੁੱਖ ਹਰ ਘਰ ਵਿੱਚ ਪੈਦਾ ਹੋ ਰਿਹਾ। ਭਾਈ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਆ, ਤੁਸੀਂ ਆਪਣਾ ਇੱਕ ਕੀਮਤੀ ਸਮਾਂ ਕੱਢ ਕੇ ਸਾਡੇ ਸਟੂਡੀਓ ਵਿੱਚ ਆਏ ਹੋ। ਅਤੇ ਅੰਤ ਵਿੱਚ ਜਿਹੜਾ ਤੁਸੀਂ ਸਾਡੇ ਚੈਨਲ ਦੇ ਜਿਹੜੀ ਸਾਡੇ ਦਰਸ਼ਕਾਂ ਦੇ ਸਾਹਮਣੇ ਕੀ ਕਹਿਣਾ ਚਾਹੋਗੇ ਇਸ ਬਾਰੇ? ਖਾਲਸਾ ਜੀ, ਅੱਜ ਦੇ ਤੁਹਾਡੇ ਇਸ ਚੈਨਲ 'ਤੇ ਕਾਫੀ ਆਪਨੇ ਸੰਗਤਾਂ ਨਾਲ ਰੂਬਰੂ ਕਰਾਇਆ, ਵਿਚਾਰ ਲਏ ਔਰ ਦਿੱਤੇ, ਆਦਾਨ ਪ੍ਰਦਾਨ ਹੋਇਆ ਵਿਚਾਰਾਂ ਦਾ। ਇਹਦੇ ਵਿੱਚ ਬੋਲਦਿਆਂ ਕਈ ਕਮੀਆਂ ਰਹਿ ਗਈਆਂ ਹੋਣਗੀਆਂ, ਕਿਉਂਕਿ ਦ੍ਰਿਸ਼ਟੀਕੋਣ ਸੰਸਾਰ ਵਿੱਚ ਜੀਣ ਦਾ, ਸਮਝਣ ਦਾ, ਵੇਖਣ ਦਾ, ਬੈਠਣ ਉੱਠਣ ਦਾ ਸਾਰਿਆਂ ਦਾ ਅਲੱਗ-ਅਲੱਗ ਹੈ। ਮਨ ਦੀ ਅਵਸਥਾ ਨੂੰ ਸਮਝਣਾ ਸਾਰਿਆਂ ਦਾ ਦ੍ਰਿਸ਼ਟੀਕੋਣ ਅਲੱਗ-ਅਲੱਗ ਹੈ। ਕਿਸੇ ਇੱਕ ਮੂਰਤ ਨੂੰ 10 ਬੰਦੇ ਵੀ ਇਕੱਠੇ ਹੋ ਕੇ ਦੇਖਣ ਅਤੇ ਉਹਨਾਂ ਨੂੰ ਦੁਬਾਰਾ ਪੁੱਛਿਆ ਜਾਵੇ ਵੀ ਤੁਸੀਂ ਕੀ ਦੇਖਿਆ, ਉਸ ਮੂਰਤ ਵਿੱਚੋਂ ਦੱਸੇ ਜਾਣੇ ਅਲੱਗ-ਅਲੱਗ ਵਿਚਾਰ ਦੇਣਗੇ, ਕਿਉਂਕਿ ਉਸ ਮੂਰਤ ਨੂੰ ਦੇਖਣ ਦਾ ਦ੍ਰਿਸ਼ਟੀਕੋਣ ਸਭਨਾਂ ਦਾ ਅਲੱਗ-ਅਲੱਗ ਹੋਵੇਗਾ। ਇਹ ਨਹੀਂ ਕਹਿ ਸਕਦੇ ਜੋ ਮੈਂ ਦੇਖਿਆ ਉਸਨੇ ਵੀ ਉਹ ਦੇਖਿਆ ਹੋਵੇਗਾ। ਹਾਂ, ਬਾਅਦ ਵਿੱਚ ਵਿਚਾਰ ਕਰਦਿਆਂ ਵੀ ਪੂਰੀ ਕੰਪਲੀਟ ਮੂਰਤ ਕਿਹਨੇ ਦੇਖੀ ਹੈ ਜਾਂ ਕਿਸ ਐਂਗਲ ਤੋਂ ਕਿਹਨੇ ਦੇਖਿਆ ਹੈ, ਇਹ ਤਾਂ ਉਹਨਾਂ ਦੀ ਹੀ ਸੋਚ ਮੁਤਾਬਕ ਹੈ, ਦ੍ਰਿਸ਼ਟੀਕੋਣ ਦੇ ਮੁਤਾਬਕ ਹੈ। ਕਿਉਂਕਿ ਕਹਿੰਦੇ ਨੇ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਇਸ ਸੰਸਾਰ ਵਿੱਚ ਸਾਰੇ ਪਦਾਰਥ ਨੇ, ਸਭ ਕੁਛ ਹੈ, ਪਰ ਜਿੱਦਾਂ ਦੀ ਦ੍ਰਿਸ਼ਟ ਰੱਖੋਗੇ ਉੱਦਾਂ ਦੀ ਸ੍ਰਿਸ਼ਟ ਨਜ਼ਰ ਆ ਜਾਵੇਗੀ, ਉੱਦਾਂ ਦੀ ਪ੍ਰਾਪਤੀ ਤੁਹਾਨੂੰ ਹੋ ਜਾਵੇਗੀ। ਬੁਰਾ ਵੇਖਣ ਚੱਲਾਂਗੇ ਬਹੁਤ ਬੁਰੇ ਮਿਲ ਜਾਣਗੇ, ਚੰਗਾ ਦੇਖਣ ਚੱਲਾਂਗੇ ਬਹੁਤ ਚੰਗੇ ਮਿਲ ਜਾਣਗੇ। ਨੁਕਸ ਕੱਢਣ ਲੱਗਿਆਂ ਤਾਂ ਕਾਲਪੁਰਖ ਰੱਬ ਵਿੱਚ ਨੁਕਸ ਕੱਢ ਦਿੱਤੇ ਜਾਂਦੇ ਨੇ, ਮੰਨਣ ਤੋਂ ਇਨਕਾਰੀ ਹੋ ਸਕਦੇ ਹਾਂ। ਅਗਰ ਗੁਣ ਲੱਭਣ ਚੱਲੀਏ ਤਾਂ ਫਿਰ ਲੱਗਦਾ ਵੀ ਗੁਣ ਹੈ ਨਹੀਂ ਬੜੇ, ਮੇਰੇ ਤੋਂ ਸਾਰੇ ਹੀ ਚੰਗੇ ਨੇ, ਮੇਰੇ ਤੋਂ ਸਾਰੇ ਹੀ ਚੰਗੇ ਨੇ। ਜੇ ਆਪਣਾ ਆਪ ਖੋਜਣ ਲੱਗੀਏ ਤਾਂ ਲੱਗਦਾ ਮੇਰੇ ਤੋਂ ਜਿੰਨੇ ਮੇਰੇ ਵਿੱਚ ਔਗਣ ਨੇ ਇੰਨੇ ਸ਼ਾਇਦ ਕਿਸੇ ਹੋਰ ਵਿੱਚ ਨਾ ਹੋਣ। ਇਹ ਆਪਣਾ ਚੀਨਣ ਤੋਂ ਬਾਅਦ ਹੀ ਪਤਾ ਲੱਗਣਾ, ਆਪਣੇ ਮਨ ਦੀ ਖੋਜ ਕਰਨ ਤੋਂ ਬਾਅਦ ਹੀ ਪਤਾ ਲੱਗਣਾ। ਕੋਸ਼ਿਸ਼ ਕਰੀਏ, ਅਰਦਾਸ ਮਿੰਨਤਾਂ ਕਰੀਏ, ਤਰਲੇ ਲਈਏ ਆਪਣੇ ਗੁਰੂ ਗ੍ਰੰਥ ਸਾਹਿਬ ਬਾਬੇ ਅੱਗੇ ਵੀ ਬਾਬਾ ਜੀ ਗੁਰੂ ਸਾਹਿਬ ਕਿਰਪਾ ਕਰੋ, ਮੈਨੂੰ ਐਸੀ ਮਤ, ਐਸੀ ਅਕਲ, ਐਸੀ ਬੁੱਧੀ ਬਖਸ਼ੋ, ਐਸੀ ਜ਼ੁਬਾਨ ਨੂੰ ਉਹ ਸ਼ਬਦ ਬਖਸ਼ੋ ਜੋ ਕਿਸੇ ਦੇ ਖਿਲਾਫ ਨਾ ਹੋਣ, ਜੋ ਕਿਸੇ ਦੀ ਸ਼ਾਨ ਦੇ ਖਿਲਾਫ ਨਾ ਹੋਣ, ਆਪ ਦੇ ਆਸੇ ਮੁਤਾਬਕ ਹੋਣ, ਤਾਂ ਜੋ ਮੈਂ ਇਸ ਰੂਹ ਦਾ ਵੀ ਭਲਾ ਕਰ ਸਕਾਂ ਅਤੇ ਮੈਂ ਕਿਸੇ ਹੋਰ ਦੇ ਵੀ ਚੰਗੇ ਸ਼ਬਦਾਂ ਨਾਲ ਉਹਦੀ ਸਿਫਤ ਕਰ ਸਕਾਂ, ਆਪ ਦੀ ਵਡਿਆਈ ਕਰ ਸਕਾਂ। ਕਿਉਂਕਿ ਸ੍ਰਿਸ਼ਟੀ ਆਪ ਨੇ ਬਣਾਈ ਹੈ, ਇਹ ਜਿਤਨਾ ਸੰਸਾਰ ਆਪ ਦਾ ਹੀ ਰੂਪ ਹੈ, ਸਭ ਜਗ ਤੇਰਾ ਹੀ ਹੈ। ਜੇ ਸੂਰਜ ਹੈ ਤਾਂ ਉਹ ਤੇਰਾ, ਜੇ ਹਨੇਰਾ ਹੈ ਤਾਂ ਤੇਰਾ। ਹੁਣ ਹਨੇਰੇ 'ਚ ਨੁਕਸ ਕੀ ਕੱਢਾਂਗਾ? ਬਣਾਇਆ ਤਾਂ ਤੇਰਾ ਹੀ ਹੈ, ਬਣਾਇਆ ਤਾਂ ਅਕਾਲ ਪੁਰਖ ਦਾ ਹੀ, ਵਾਹਿਗੁਰੂ ਦਾ ਹੀ ਹੈ। ਅਗਰ ਉਹਦੇ 'ਚ ਨੁਕਸ ਕੱਢਣ ਲੱਗ ਪਿਆ ਤਾਂ ਇਨਡਾਇਰੈਕਟਲੀ ਮੈਂ ਅਕਾਲ ਪੁਰਖ ਵਾਹਿਗੁਰੂ ਵਿੱਚ ਵੀ ਨੁਕਸ ਕੱਢਾਂਗਾ। ਅਗਰ ਉਹ ਸਮ ਦ੍ਰਿਸ਼ਟੀ ਬਖਸ਼ ਦੇਵੇ, ਸ਼ੁਭ ਦ੍ਰਿਸ਼ਟੀ ਬਖਸ਼ ਦੇਵੇ ਤਾਂ ਬੜੀ ਕਿਰਪਾ ਹੁੰਦੀ ਹੈ। ਇਹ ਆਪਾਂ ਆਪਣੇ ਕਰਮ ਦੇ ਨਾਲ ਮਿਲਣੀ ਹੈ, ਕਿਉਂਕਿ ਕਰਮੀ
ਆਪੋ ਆਪਣੀ ਕੇ ਨੇੜੇ ਕੇ ਦੂਰ। ਤੇ ਲਾਸਟ ਵਿੱਚ ਇਹ ਸ਼ਬਦ ਖਤਮ ਹੁੰਦਾ ਹੈ, ਜਿਨੀ ਨਾਮ ਤੇ ਆਇਆ। ਜਿਹੜੇ ਵੀ ਇਨਸਾਨ ਗੁਰੂ ਦੀ ਕਿਰਪਾ ਸਦਕਾ ਨਾਮ ਵਿੱਚ ਜੁੜ ਗਏ, ਨਾਮ ਦੇ ਧਿਆਉਣਾ ਕਰ ਗਏ, ਆਪਣੇ ਹਿਰਦੇ ਵਿੱਚ ਨਾਮ ਵਸਾ ਗਏ ਜਾਂ ਅਕਾਲ ਪੁਰਖ ਨੇ ਵਸਾ ਦਿੱਤਾ, ਗੁਰੂ ਸਾਹਿਬਾਂ ਨੇ ਵਸਾ ਦਿੱਤਾ, ਉਹਨਾਂ 'ਤੇ ਹੀ ਬਖਸ਼ਿਸ਼ ਹੋਣੀ ਹੈ। ਇਹ ਜ਼ੋਰ ਨਾਲ ਨਹੀਂ, ਜ਼ੋਰ ਨਾਲ ਕੁਛ ਨਹੀਂ, ਬਹੁਤਾ ਦਿਮਾਗ ਲੜਾਉਣ ਨਾਲ ਕੁਛ ਨਹੀਂ। ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਚਲਾਕੀਆਂ ਦੇ ਨਾਲ ਨਹੀਂ, ਮਿੰਨਤ ਤਰਲਿਆਂ ਦੇ ਨਾਲ ਹੀ ਹੈ, ਅਰਦਾਸਾਂ ਦੇ ਨਾਲ ਹੀ ਹੈ, ਅਸੀਸਾਂ ਦੇ ਨਾਲ ਹੀ ਹੈ। ਕਿਉਂਕਿ ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਐਸੀ ਕਿਰਪਾ ਹੋ ਜਾਵੇ, ਐਸਾ ਅਸੀਸ ਬਖਸ਼ੋ ਜੋ ਜਿਹੜਾ ਸਾਹਿਬ ਦੇ ਨਾਲ ਮੇਰਾ ਮੇਲ ਹੋ ਜਾਵੇ ਅਤੇ ਮੇਰੇ ਇਸ ਜਨਮ ਵਿੱਚ ਆਉਣ ਦਾ ਮਨੋਰਥ ਪੂਰਾ ਹੋ ਜਾਵੇ। ਕਿਸੇ ਦੇ ਕੰਮ ਆ ਸਕਾਂ, ਚੰਗੀ ਸੋਚ ਰਹਿ ਸਕੇ, ਮਨ ਨੀਵਾਂ ਰਹਿ ਸਕੇ, ਔਰ ਇਹ ਸਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹਮੇਸ਼ਾ ਝੁਕਦਾ ਰਹੇ, ਕਿਸੇ ਹੋਰ ਅੱਗੇ ਨਾ ਝੁਕ ਸਕੇ। ਆਪ ਸਭ ਦਾ ਧੰਨਵਾਦ ਹੈ ਮੇਰੇ ਵੱਲੋਂ, ਆਪ ਦੇ ਚੈਨਲ ਦਾ ਵੀ ਧੰਨਵਾਦ ਹੈ, ਖਾਲਸਾ ਜੀ ਆਪ ਦਾ ਵੀ ਧੰਨਵਾਦ ਹੈ। ਮਰਦਾਨ ਸਿੰਘ ਜੀ, ਆਪ ਨੇ ਸਮਾਂ ਜੋ ਦਿੱਤਾ ਹੈ ਉਹ ਸਮੇਂ ਦੇ ਮੁਤਾਬਕ ਰਹਿ ਕੇ ਇਹ ਜੋ ਆਪ ਨੇ ਸਵਾਲ ਕੀਤੇ, ਵਿਚਾਰ ਦਿੱਤੇ, ਉਹਨਾਂ ਦਾ ਤੁਛ ਮਾਤਰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਜਵਾਬ ਦਿੰਦਿਆਂ ਕੋਈ ਗਲਤ ਬੋਲਿਆ ਹੋਵੇ, ਆਪ ਤੋਂ ਵੀ ਮਾफ़ੀ ਮੰਗਦਾ ਹਾਂ ਅਤੇ ਸੰਗਤ ਤੋਂ ਵੀ ਮਾफ़ੀ ਮੰਗਦਾ ਹਾਂ। ਸਰਬੱਤ ਦਾ ਭਲਾ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਹ ਸਨ ਮੇਰੇ ਨਾਲ ਭਾਈ ਸਾਹਿਬ ਭਾਈ ਸੁਖਜੀਵਨ ਸਿੰਘ ਜੀ, ਅਤੇ ਜਿਨ੍ਹਾਂ ਨੇ ਆਪਣੇ ਬਹੁਤ ਹੀ ਕੀਮਤੀ ਵਿਚਾਰ ਦੇ ਕੇ ਜਿਹੜਾ ਬਹੁਤ ਹੀ ਕੀਮਤੀ ਸਮਾਂ ਸਾਨੂੰ ਬਖਸ਼ਿਆ, ਅਤੇ ਅਸੀਂ ਵੀ ਇਹਨਾਂ ਦੇ ਧੰਨਵਾਦੀ ਹਾਂ ਜਿਹੜਾ ਕੀਮਤੀ ਸਮਾਂ ਕੱਢ ਕੇ ਸਾਡੇ ਸਟੂਡੀਓ ਵਿੱਚ ਪਹੁੰਚੇ। ਗੱਲ ਚੱਲੀ ਪੂਰੇ ਪ੍ਰੋਗਰਾਮ ਦੇ ਵਿੱਚ ਮਨ ਦੀ, ਕਿ ਮਨ ਵਸ ਵਿੱਚ ਕਿੱਦਾਂ ਆਉਣਾ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਅਤੇ ਮਨ ਵਸ ਉਦੋਂ ਆਉਣਾ ਜੇ ਸਤਿਗੁਰਾਂ ਦੀ ਪੂਰਨ ਕਿਰਪਾ ਹੋ ਜਾਵੇ। ਅਤੇ ਕਿਰਪਾ ਉਦੋਂ ਹੋਣੀ ਹੈ ਜਦੋਂ ਗੁਰਬਾਣੀ ਪੜ੍ਹਨਾ ਸ਼ੁਰੂ ਕਰ ਦੇਵਾਂਗੇ ਅਤੇ ਗੁਰਬਾਣੀ ਦੇ ਹਿਸਾਬ ਨਾਲ ਚੱਲਣਾ ਸ਼ੁਰੂ ਕਰ ਦੇਵਾਂਗੇ। ਸੋ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਸੁਖਜੀਵਨ ਸਿੰਘ ਹੋਣਾ ਦਾ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅਤੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਆ। ਅਤੇ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ, ਕਮੈਂਟ ਦੇ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਲਿਖਿਆ ਕਰੋ, ਤਾਂ ਕਿ ਮੈਂ ਅਤੇ ਮੇਰੇ ਨਾਲ ਬੈਠੇ ਸਰਦਾਰ ਸੁਖਜੀਵਨ ਸਿੰਘ ਜੀ ਇਸੇ ਤਰ੍ਹਾਂ ਦੇ ਹੋਰ ਗੱਲਬਾਤ ਲੈ ਕੇ, ਕੋਈ ਹੋਰ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਸਕੀਏ। ਅਤੇ ਕਿਸ ਤਰ੍ਹਾਂ ਦੇ ਵਿਸ਼ੇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਏ, ਆਪਣੇ ਕਮੈਂਟ ਵਿੱਚ ਜ਼ਰੂਰ ਇਹ ਵਿਚਾਰ ਦਿਆ ਕਰੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਆਈਕਨ ਵੀ ਦਬਾ ਲਓ ਤਾਂ ਜੋ ਸਾਡੀ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ। ਧੰਨਵਾਦ।